ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਮਨਦੀਪ ਕੌਰ ਸਿੱਧੂ। ਵੈਲਕਮ ਟੂ ਦ ਮਨਦੀਪ ਕੌਰ ਸਿੱਧੂ ਸ਼ੋ। ਅੱਜ ਸਾਡੇ ਨਾਲ ਮੌਜੂਦ ਨੇ ਹਰਦੇਸ਼ ਦਾਵੇਸਰ ਜੀ, CEO ਨੇ ਦਾਵੇਸਰ ਕੰਸਲਟੈਂਟਸ ਦੇ ਪ੍ਰੋਵਾਈਡ ਗਾਈਡੈਂਸ ਟੂ ਜਿਹੜੇ ਕਿ ਅਬਰੋਡ ਜਾਣਾ ਚਾਹੁੰਦੇ ਨੇ, ਅਬਰੋਡ ਜਾ ਕੇ ਪੜ੍ਹਨਾ ਚਾਹੁੰਦੇ ਨੇ, ਸੈਟਲ ਹੋਣਾ ਚਾਹੁੰਦੇ ਨੇ ਤੇ ਬਹੁਤ ਸਾਰੇ ਸਟੂਡੈਂਟਸ ਪੰਜਾਬ ਦੇ ਵਿੱਚ ਜਿਹੜੇ ਉਹ ਸਟਕ ਹੋ ਗਏ ਨੇ, ਜਿਨ੍ਹਾਂ ਦੀਆਂ ਫਾਈਲਸ ਜਿਹੜੀਆਂ ਉਹ ਕਰੰਟਲੀ ਐਮਬੈਸੀ 'ਚ ਪਈਆਂ ਨੇ। ਸੋ ਅੱਜ ਸਾਡੇ ਕੋਲ ਸਪੈਸ਼ਲ ਗੈਸਟ ਨੇ ਹਰਦੇਸ਼ ਦਾਵੇਸਰ ਜੀ, ਜਿਨ੍ਹਾਂ ਨਾਲ ਅਸੀਂ ਅਲੱਗ-ਅਲੱਗ ਟੌਪਿਕਸ ਤੇ ਅੱਜ ਅਸੀਂ ਗੱਲ ਕਰਾਂਗੇ। ਸੋ ਦਾਵੇਸਰ ਕੰਸਲਟੈਂਟ ਦੀਆਂ ਆਲਮੋਸਟ 3000 ਪਲੱਸ ਜਿਹੜੀਆਂ ਉਹ ਸਕਸੈਸ ਸਟੋਰੀਜ਼ ਨੇ ਓਵਰ ਅ ਪੀਰੀਅਡ ਆਫ 20 years। ਸੋ ਆਈ ਵੁੱਡ ਲਾਈਕ ਟੂ ਵੈਲਕਮ ਹਰਦੇਸ਼ ਦਾਵੇਸਰ ਸਰ। ਸਰ ਵੈਲਕਮ ਟੂ ਦ ਸ਼ੋ। ਥੈਂਕ ਯੂ ਵੈਰੀ ਮਚ ਸਰ। ਥੈਂਕ ਯੂ ਸਰ, ਤੁਹਾਡੇ ਨਾਲ ਅੱਜ ਬਹੁਤ ਸਾਰੀਆਂ ਗੱਲਾਂ ਕਰਨੀਆਂ, ਬਹੁਤ ਸਾਰੇ ਕੁਐਸਚਨਸ ਨੇ, ਬਿਕੋਜ਼ ਬਹੁਤ ਸਾਰੇ ਪੰਜਾਬ ਦੇ ਬੱਚੇ ਹੁਣ ਟੈਨਸ਼ਨ ਵਿੱਚ ਥੋੜੇ ਜਿਹੇ ਆ ਗਏ ਨੇ ਕਿ ਵਾਟ ਵਿਲ ਬੀ ਦ ਨੈਕਸਟ, ਰਾਈਟ? ਸੋ ਬੜਾ ਹੀ ਲੰਬਾ ਲੋਕਡਾਊਨ ਹੋ ਗਿਆ ਹੈ ਐਂਡ ਅਨਸਰਟੇਨਿਟੀ ਇਜ਼ ਟੂ ਮਚ। So what do you think ki COVID-19 the what is immediate effect on students who were about to complete their 12th and they were thinking to go abroad? ਮਨਦੀਪ ਜੀ, ਅਗਰ ਮੈਂ ਇਮੀਡੀਏਟ ਇਫੈਕਟ ਦੀ ਗੱਲ ਕਰਾਂ ਤੇ ਉਹ ਕਾਫੀ ਪਰੇਸ਼ਾਨ ਕੀਤਾ ਹੈ ਸਾਡੇ ਪੰਜਾਬ ਦੇ ਸਟੂਡੈਂਟਸ ਨੂੰ ਤੇ ਅਰਾਊਂਡ ਦ ਵਰਲਡ, ਆਈ ਮੀਨ ਇੰਡੀਆ ਐਟ ਆਲ ਐਜ਼ ਵੈਲ। ਜਿਹੜੀਆਂ ਫਾਈਲਸ ਐਮਬੈਸੀ ਦੇ ਵਿੱਚ ਸੀਗੀਆਂ ਉਹ ਬਿਲਕੁਲ ਹੀ ਰੁਕ ਗਈਆਂ ਨੇ, ਡੰਪ ਹੋ ਗਈਆਂ ਨੇ, ਉਹਦੀ ਕੋਈ ਪ੍ਰੋਸੈਸਿੰਗ ਨਹੀਂ ਹੋ ਰਹੀ ਕਿਉਂਕਿ ਸਾਰੀਆਂ ਐਮਬੈਸੀਜ਼ ਬੰਦ ਨੇ। ਅਗਰ ਮੇਜਰ ਐਮਬੈਸੀਜ਼ ਜਿਹੜੀਆਂ ਨੇ, ਕੰਸੂਲੇਟਸ ਨੇ, ਉਹ ਦਿੱਲੀ ਦੇ ਵਿੱਚ ਨੇ। ਅਗਰ ਨਿਊਜ਼ੀਲੈਂਡ ਦੀ ਗੱਲ ਕਰਾਂ ਤੇ ਉਹ ਮੁੰਬਈ ਦੇ ਵਿੱਚ ਹੈ ਤੇ ਇਹ ਸਾਰੇ ਹੌਟਸਪੌਟ ਨੇ ਕਰੋਨਾ ਦੇ। ਉਹਦੇ ਕਰਕੇ ਐਮਬੈਸੀਜ਼ ਜਿਹੜੀਆਂ ਨੇ ਐਟ ਦਾ ਮੋਮੈਂਟ ਕਲੋਜ਼ ਹੋ ਗਈਆਂ ਨੇ। ਸੈਕੰਡਲੀ, ਇੰਟਰਨੈਸ਼ਨਲ ਬਾਰਡਰਸ ਜਿਹੜੇ ਨੇ ਉਹ ਕਲੋਜ਼ ਹੋ ਗਏ ਨੇ। ਇੰਟਰਨੈਸ਼ਨਲ ਬਾਰਡਰ ਕਲੋਜ਼ ਹੋਣ ਕਰਕੇ ਬੱਚਿਆਂ ਦੇ ਵਿੱਚ ਕਾਫੀ ਪੈਨਿਕ ਹੈ ਕਿ ਜੇ ਵੀਜ਼ਾ ਆ ਜਾਂਦਾ ਜਾ ਪਾਵਾਂਗੇ, ਫੀਸਾਂ ਤਾਂ ਨਹੀਂ ਫਸ ਜਾਣਗੀਆਂ। ਔਰ ਕੋਈ ਬੱਚਿਆਂ ਨੇ ਕੀ ਕੀਤਾ ਹੈ ਕਿ ਪ੍ਰਾਈਵੇਟ ਕਾਲਜਸ ਵਿੱਚ ਫੀਸ ਦਿੱਤੀ ਹੋਈ ਆ। ਸੋ ਉਹਨਾਂ ਨੂੰ ਇਹ ਹੈ ਕਿ ਇਨ ਕੇਸ ਕਰੋਨਾ ਕਰਕੇ ਬੱਚੇ ਨਹੀਂ ਜਾ ਰਹੇ, ਜੇ ਕਾਲਜ ਬੰਦ ਹੋ ਗਏ ਤੇ ਸਾਡੀ ਫੀਸ ਜਿਹੜੀ ਹੈ ਕਿਤੇ ਫੋਰਫੀਟ ਨਾ ਹੋ ਜਾਏ, ਮਰ ਨਾ ਜਾਵੇ, ਉਹ ਵੀ ਇੱਕ ਬੱਚਿਆਂ ਨੂੰ ਦਿੱਕਤ ਆ ਰਹੀ ਹੈ। ਸੋ ਇਹਦਾ ਇੱਕ ਇਮੀਡੀਏਟ ਇਫੈਕਟ ਜਿਹੜਾ ਸਭ ਤੋਂ ਵੱਡਾ ਹੈ, ਉਹ ਬੱਚੇ ਜਿਹੜੇ ਨੇ ਉਹ ਪਰੇਸ਼ਾਨ ਨੇ ਵੀ ਅਸੀਂ ਸਾਡਾ ਅੱਗੇ ਫਿਊਚਰ ਕੀ ਹੋਏਗਾ। ਸੋ ਦਿਸ ਇਜ਼ ਅ ਮੇਜਰ ਇਫੈਕਟ ਐਟ ਦਾ ਮੋਮੈਂਟ ਡਿਊ ਟੂ ਕਰੋਨਾ। ਜੀ, ਕਈ ਬੱਚੇ ਇਹੋ ਜਿਹੇ ਵੀ ਹੋਣਗੇ ਕਿ ਜਿਨ੍ਹਾਂ ਕੋਲ ਵੀਜ਼ਾ ਹੈਗਾ ਸੀ ਤੇ ਇਸ ਟਾਈਮ ਦੇ ਵਿੱਚ ਉਹਨਾਂ ਦੀਆਂ ਫਲਾਈਟ ਸੀ। ਸੋ ਵਾਟ ਇਜ਼ देयर ਸਟੇਟਸ? ਉਹਨਾਂ ਦੇ ਕਾਲਜਸ ਦਾ ਕੀ ਰਿਸਪੌਂਸ ਆ ਉਹਨਾਂ ਨੂੰ? ਇੰਟਰਨੈਸ਼ਨਲ ਬਾਰਡਰਸ ਕਲੋਜ਼ ਹੋਣ ਕਰਕੇ ਨਾ ਤੇ ਇੱਥੋਂ ਫਲਾਈਟਸ ਚੱਲ ਰਹੀਆਂ ਨੇ ਇੰਡੀਆ ਤੋਂ, ਨਾ ਸਿਰਫ ਕੈਨੇਡਾ ਨੂੰ ਛੱਡ ਕੇ ਬਾਕੀ ਕੰਟਰੀਜ਼ ਵੀ ਫਲਾਈਟਸ ਜਿਹੜੀਆਂ ਐਕਸੈਪਟ ਨਹੀਂ ਕਰ ਰਹੀ। ਉਹਦੇ ਕਰਕੇ ਦਿੱਕਤ ਕੀ ਆ ਰਹੀ ਹੈ ਕਿ ਬੱਚੇ ਜਿਹੜੇ ਨੇ ਉਹ ਇੱਥੋਂ ਫਲਾਈ ਨਹੀਂ ਕਰ ਪਾ ਰਹੇ। ਫਿਰ ਦੋ ਆਪਸ਼ਨਸ ਨੇ ਉਹਨਾਂ ਕੋਲ, ਜਾਂ ਤੇ ਉਹ ਇਨਟੇਕ ਡੈਫਰ ਕਰ ਰਹੇ ਨੇ। ਫੋਰ ਐਗਜ਼ਾਮਪਲ, ਅਗਰ ਮੈਂ ਕੈਨੇਡਾ ਦੀ ਗੱਲ ਕਰਾਂ ਕਿ ਕੈਨੇਡਾ ਵਿੱਚ ਜਿਹੜਾ ਨੈਕਸਟ ਇਨਟੇਕ ਸੀਗਾ ਇਮੀਡੀਏਟ, ਉਹ ਅਪ੍ਰੈਲ ਜਾਂ ਮਈ ਸੀਗਾ ਤੇ ਮਈ ਵਾਲਿਆਂ ਨੂੰ ਹੁਣ ਬੱਚੇ ਉਹ ਸੈਪਟੈਂਬਰ ਇਨਟੇਕ ਚ ਰੈਫਰ ਕਰ ਰਹੇ ਨੇ। ਪਹਿਲੀ ਆਪਸ਼ਨ ਤੇ ਬੱਚਿਆਂ ਕੋਲ ਇਹ ਹੈ। ਸੈਕੰਡ ਆਪਸ਼ਨ ਇਹ ਹੈ ਕਿ ਆਨਲਾਈਨ ਕਲਾਸਿਸ ਉਹਨਾਂ ਕਾਲਜਸ ਨੇ ਸਟਾਰਟ ਕਰ ਦਿੱਤੀਆਂ। ਪਹਿਲਾਂ ਆਨਲਾਈਨ ਕਲਾਸਿਸ ਸਟਾਰਟ ਨਹੀਂ ਸੀ ਹੋਈਆਂ ਕਿਉਂਕਿ ਉਹ ਰੂਲ ਹੈ ਕਿ ਜਿਹੜਾ ਬੱਚਾ ਕੈਨੇਡਾ ਦੇ ਵਿੱਚ 1 ਸਾਲ ਪੜ੍ਹਦਾ ਹੈ ਉਹਨੂੰ 1 ਸਾਲ ਦਾ ਵਰਕ ਪਰਮਿਟ ਮਿਲਦਾ ਹੈ ਪੋਸਟ ਸਟੱਡੀ। ਜਿਹੜਾ 2 ਸਾਲ ਪੜ੍ਹਦਾ ਹੈ ਉਹਨੂੰ 3 ਸਾਲ ਦਾ ਮਿਲਦਾ ਹੈ। ਲੇਕਿਨ ਪਹਿਲਾਂ ਇੱਕ ਡਾਊਟ ਸੀਗਾ ਬੱਚਿਆਂ ਨੂੰ ਕਿ ਅਗਰ ਉਹ ਆਨਲਾਈਨ ਐਜੂਕੇਸ਼ਨ ਲੈ ਲੈਂਦੇ ਨੇ ਤੇ ਕੀ ਉੱਥੇ ਜਾ ਕੇ ਉਹਨਾਂ ਵਰਕ ਪਰਮਿਟ ਰਾਈਟਸ ਸੇਮ ਰਹਿਣਗੇ। ਤੇ ਕੈਨੇਡਾ ਐਮਬੈਸੀ ਨੇ ਇੱਕ ਗੱਲ ਕਲੀਅਰ ਕਰ ਦਿੱਤੀ ਕਿ ਯੈਸ, ਇਟ ਵਿਲ ਰਿਮੇਨ ਦ ਸੇਮ। ਦੇ ਵਿਲ ਹੈਵ ਟੂ ਸਟੱਡੀ ਐਟਲੀਸਟ 1 year ਇਨ ਕੈਨੇਡਾ। ਤੇ ਉਹ ਪੜ੍ਹ ਲੈਣਾ ਹੈ। ਜੇ 2 ਸਾਲ ਦਾ ਬੱਚੇ ਦਾ ਕੋਰਸ ਹੈ ਤੇ 1 ਸਾਲ ਉਹ ਪੜ੍ਹ ਲੇਗਾ। ਸੋ ਕਾਫੀ ਕਾਲਜਸ ਨੇ, ਯੂਨੀਵਰਸਿਟੀਜ਼ ਨੇ ਆਨਲਾਈਨ ਕਲਾਸਿਸ ਸ਼ੁਰੂ ਕਰ ਰਹੀਆਂ ਨੇ ਔਰ ਜਿਹੜੇ ਬੱਚੇ ਪੜ੍ਹ ਪਾ ਰਹੇ ਨੇ ਉਹ ਪੜ੍ਹ ਰਹੇ ਨੇ। ਫਿਰ ਇਹਨਾਂ ਬੜਾ ਇੱਕ ਅੱਛਾ ਸਿਸਟਮ ਕੀਤਾ ਹੈ ਕਿ ਆਨਲਾਈਨ ਕਲਾਸਿਸ ਸਟਾਰਟ ਕਰ ਲਓ। ਜੇ ਤੁਸੀਂ ਕੰਫਰਟੇਬਲ ਨਹੀਂ ਹੈਗੇ ਤੇ ਬੰਦ ਵੀ ਕਰ ਸਕਦੇ ਹੋ, ਤੁਸੀਂ ਇਨਟੇਕ ਡੈਫਰ ਕਰ ਸਕਦੇ ਹੋ। ਸੋ ਦੇ ਆਰ ਆਫਰ, ਯੈਸ, ਦੈਟ ਇਜ਼ ਆਪਸ਼ਨ ਫॉर ਥੀਸ ਸਟੂਡੈਂਟਸ। ਸੋ ਮੈਂ ਆਪਣੀ ਆਡੀਅנס ਨੂੰ ਵੀ ਦੱਸਣਾ ਚਾਹਨੀ ਕਿ ਸਰ ਨੂੰ ਆਲਮੋਸਟ 20 years ਦਾ ਐਕਸਪੀਰੀਅੰਸ ਆ। ਥੋੜਾ ਜਿਹਾ ਸਰ ਤੁਹਾਡੇ ਬਾਰੇ ਮੈਂਸ਼ਨ ਕਰਨਾ ਚਾਹਨੀ ਕਿ ਸਰ ਹੈਜ਼ ਸਪਾਂਸਰਡ ਮੈਨੀ ਟਾਈਮਸ ਇਨ ਅ ਨਾਨ ਪ੍ਰੋਫਿਟ ਟੂ। ਸੋ ਆਈ ਹੋਪ ਕਿ ਮੇਰੀ ਆਡੀਅנס ਨੂੰ ਬੜੀ ਅੱਛੀ ਅੱਜ ਗਾਈਡੈਂਸ ਮਿਲੇ। ਸਰ, ਤੁਹਾਨੂੰ ਮੈਂ ਪੁੱਛਣਾ ਚਾਹਨੀ ਕਿ ਜਿਹੜੇ ਸਟੂਡੈਂਟ ਸੋਚ ਰਹੇ ਸੀ ਕਿ ਅਸੀਂ ਅਬਰੋਡ ਜਾਣਾ ਹੈ, ਅਸੀਂ ਆਸਟ੍ਰੇਲੀਆ ਜਾਣਾ ਹੈ, ਕੈਨੇਡਾ ਜਾਣਾ ਹੈ, ਜਾਂ ਜਿਨ੍ਹਾਂ ਦਾ ਸੁਪਨਾ ਹੈ ਕਿ ਦੇ ਵਾਂਟ ਟੂ ਸਟੱਡੀ, ਮੈਂ ਪੜ੍ਹਨ ਵਾਲੇ ਬੱਚਿਆਂ ਦੀ ਗੱਲ ਕਰ ਰਹੀ ਹਾਂ, ਜਿਹੜੇ ਇੰਟੈਲੀਜੈਂਟ ਕੈਟਾਗਰੀ 'ਚ ਬੱਚੇ ਆਉਂਦੇ ਨੇ, ਜਿਨ੍ਹਾਂ ਨੇ ਸੋਚਿਆ ਕਿ ਅਸੀਂ ਅੱਗੋਂ ਬਾਹਰ ਜਾ ਕੇ ਪੜਾਂਗੇ। ਸੋ ਵਾਟ ਸ਼ੁੱਡ ਬੀ देयर ਸਟ੍ਰੈਟਜੀ ਨਾਓ? ਉਹਨਾਂ ਦੀ ਹੁਣ ਕੀ ਸਟ੍ਰੈਟਜੀ ਹੋਣੀ ਚਾਹੀਦੀ ਹੈ? ਤੁਸੀਂ ਬੜਾ ਇੰਪੋਰਟੈਂਟ ਸਵਾਲ ਪੁੱਛਿਆ ਹੈ। ਕਾਫੀ ਬੱਚੇ ਸਾਨੂੰ ਇਹ ਸਵਾਲ ਪੁੱਛਦੇ ਨੇ। ਪਹਿਲੀ ਗੱਲ ਤੇ ਇਹ ਹੈ ਕਿ ਜਦ ਤੱਕ ਇਹਦਾ ਵੈਕਸੀਨੇਸ਼ਨ ਨਹੀਂ ਆਉਂਦੀ ਜਾਂ ਜਦ ਤੱਕ ਪੱਕਾ ਇਲਾਜ ਨਹੀਂ ਲੱਭਦਾ, ਇਹ ਸਾਰਿਆਂ ਨੂੰ ਪਰੇਸ਼ਾਨ ਕਰਦਾ ਪਿਆ ਹੈ, ਚਾਹੇ ਇੰਡੀਆ ਹੈ ਚਾਹੇ ਸਾਡੀਆਂ ਵੈਸਟਰਨ ਕੰਟਰੀਜ਼ ਨੇ। ਬਟ ਇਟ ਵਿਲ ਨਾਟ ਗੋ ਅ ਵੈਰੀ ਲੌਂਗ ਵੇ। ਸੋ ਜਿਹੜੇ ਬੱਚੇ ਵਿਦੇਸ਼ ਪੜ੍ਹਨ ਜਾਣਾ ਚਾਹੁੰਦੇ ਨੇ ਕਿ ਉਹਨਾਂ ਨੂੰ ਇੰਗਲਿਸ਼ ਪ੍ਰੋਫੀਸ਼ੀਐਂਸੀ ਟੈਸਟ ਨਾਲ ਜਾਣਾ ਚਾਹੀਦਾ ਹੈ। ਕਿਉਂਕਿ ਇੰਗਲਿਸ਼ ਪ੍ਰੋਫੀਸ਼ੀਐਂਸੀ ਟੈਸਟ ਜਿਹੜਾ ਹੈ ਉਹ ਲਾਈਕ ਫॉर ਐਗਜ਼ਾਮਪਲ ਆਇਲਸ ਹੈ, ਟੋਫਲ ਹੈ, ਪੀਟੀ ਹੈ ਜਾਂ ਹੋਰ ਇੱਕ ਦੋ ਇਸ ਤਰ੍ਹਾਂ ਦੇ ਟੈਸਟ ਆਏ ਨੇ। ਉਹਦੇ ਆਪਣਾ ਟਾਈਮ ਵੇਸਟ ਨਾ ਕਰਨ, ਉਹ ਟੈਸਟ ਦੀ ਪ੍ਰੈਪਰੇਸ਼ਨ ਕਰਕੇ ਜਦੋਂ ਹੀ ਲਾਕਡਾਊਨ ਖੁੱਲਦਾ ਹੈ ਉਹ ਟੈਸਟ ਕੰਡਕਟ ਹੋਏਗਾ ਆਪਣਾ ਟੈਸਟ ਦੇ ਕੇ, ਤਾਂ ਕਿ ਉਹਨਾਂ ਦੀ ਇੱਕ ਰਿਕੁਆਇਰਮੈਂਟ ਜਿਹੜੀ ਹੈ ਐਸੈਂਸ਼ੀਅਲ ਰਿਕੁਆਇਰਮੈਂਟ ਉਹ ਕੰਪਲੀਟ ਹੋ ਜਾਏਗੀ। ਦੂਸਰਾ ਜਿਹੜਾ ਹੈ ਉਹਨਾਂ ਨੂੰ ਰਿਸਰਚ ਕਰਨੀ ਚਾਹੀਦੀ ਹੈ ਕਿ ਕਿਹੜਾ ਕੋਰਸ, ਕਿਹੜਾ ਕਾਲਜ, ਕਿਹੜੀ ਕੰਟਰੀ ਲੈਣਾ ਚਾਹੁੰਦੇ ਨੇ। ਇਟ ਇਜ਼ ਲਾਈਕ ਅ ਬਲੇਸਿੰਗ ਇਨ ਡਿਸਗਾਈਜ਼ ਬਿਕਾਜ਼ ਦੇ ਵਿਲ ਗੈਟ ਸਫੀਸ਼ੀਐਂਟ ਟਾਈਮ ਟੂ ਮੇਕ ਅ ਰਿਸਰਚ। ਔਰ ਤੀਸਰੀ ਗੱਲ ਇਹ ਹੈ ਕਿ ਕੋਰੋਨਾ ਪੈਂਡੈਮਿਕ ਜਿਹੜਾ ਹੈ ਅਗਰ ਲੰਬਾ ਸਮਾਂ ਜਾਂਦਾ ਹੈ
ਤੇ ਉਹਨਾਂ ਨੂੰ ਇੱਥੇ ਸਟੱਡੀ ਕੰਟੀਨਿਊ ਜ਼ਰੂਰ ਕਰ ਲੈਣੀ ਚਾਹੀਦੀ ਹੈ ਸੇਮ ਫੀਲਡ ਦੇ ਵਿੱਚ, ਜਿਹੜੇ ਫੀਲਡ ਦੇ ਵਿੱਚ ਉਹ ਵਿਦੇਸ਼ ਜਾ ਕੇ ਪੜ੍ਹਨਾ ਚਾਹੁੰਦੇ। ਉਹਦਾ ਰੀਜ਼ਨ ਇਹ ਹੈ, ਮੈਂ ਤੁਹਾਨੂੰ ਦੱਸਦਾ ਕਿ ਫੋਰਨ ਕੰਟਰੀਜ਼ ਦੀ ਇੱਕ ਬੜੀ ਅੱਛੀ ਪਾਲਿਸੀ ਹੈ RPL, ਰੈਕੋਗਨੀਸ਼ਨ ਆਫ ਪ੍ਰਾਇਰ ਲਰਨਿੰਗ, ਜਿਹਨੂੰ ਅਸੀਂ ਬੋਲਦੇ ਹਾਂ ਕ੍ਰੈਡਿਟ ਪੁਆਇੰਟਸ। ਤੇ ਉਹ ਜੇ ਬੱਚੇ ਨੇ ਫॉर एग्जांपल ਬੱਚਾ ਅਕਾਊਂਟਿੰਗ 'ਚ ਜਾਣਾ ਚਾਹੁੰਦਾ ਹੈ, ਉਹਨੇ ਅਕਾਊਂਟਿੰਗ 1 ਸਾਲ ਪੜ੍ਹ ਲਈ ਹੈ ਤੇ ਉੱਥੇ ਵਿਦੇਸ਼ ਜਾ ਕੇ ਉਹਨੂੰ 2 ਸਾਲ ਅਕਾਊਂਟਿੰਗ ਹੀ ਹੋਰ ਪੜ੍ਹਨੀ ਪਏਗੀ। ਆਈ ਸਟਿਲ ਰਿਮੈਂਬਰ ਸਾਡੇ ਕੋਲ ਇੱਕ ਬੱਚਾ ਸੀਗਾ ਚੰਡੀਗੜ੍ਹ ਦਾ, ਰੋਹਨ ਬਹਿਲ। ਉਹ ਬੱਚੇ ਨੇ ਇੱਥੇ ਹਸਪਿਟੈਲਿਟੀ ਕੀਤੀ ਹੋਈ ਸੀਗੀ ਕੋਰਸ, ਉੱਥੇ ਕੈਨੇਡਾ ਵਿੱਚੋਂ ਗਿਆ, ਐਕਸੈਂਡਾ ਕਾਲਜ ਵਿੱਚ ਪੜ੍ਹਨ ਵਾਸਤੇ ਗਿਆ, ਉੱਥੇ 4 ਸਾਲ ਦਾ ਕੋਰਸ ਸੀਗਾ। ਅਸੀਂ ਉਹਨੂੰ ਕ੍ਰੈਡਿਟਸ ਲੈਤੇ ਐਂਡ ਹੀ ਗॉट 1 ਈਅਰ ਕ੍ਰੈਡਿਟ। ਉਹਨੂੰ ਉੱਥੇ 3 ਸਾਲ ਦੀ ਡਿਗਰੀ ਕਰਨੀ ਪੈਣੀ। ਦੇ ਨੀਡ ਨਾਟ ਪੈਨਿਕ, ਇਨ ਕੇਸ ਇਹ ਠੀਕ ਨਹੀਂ ਹੁੰਦਾ ਤੇ ਆਪਣੀ ਸਟੱਡੀ ਇੱਥੇ ਜ਼ਰੂਰ ਕੰਟੀਨਿਊ। ਬਸ ਮੇਰਾ ਵੀ ਇਹੀ ਕੁਐਸਚਨ ਸੀ ਕਿ ਬਹੁਤ ਸਾਰੇ ਬੱਚੇ ਹੋਣਗੇ ਜਿਨ੍ਹਾਂ ਦੇ ਪਲਾਨਸ ਡਿਫਰੈਂਟ ਹੋਣਗੇ ਤੇ ਹੁਣ ਉਹਨਾਂ ਦਾ ਜਿਹੜਾ ਉਹ ਸਾਲ ਵੀ ਵੇਸਟ ਹੋ ਸਕਦਾ ਹੈ, ਟਾਈਮ ਵੇਸਟ ਹੋ ਸਕਦਾ ਹੈ। ਆਈ ਥਿੰਕ ਦੇ ਸ਼ੁਡ ਮੇਕ ਅਪ देयर ਮਾਈਂਡ ਕਿ ਉਹ ਇਮੀਡੀਏਟਲੀ ਇੰਡੀਆ ਦੇ ਵਿੱਚ ਹੀ ਕਿਸੇ ਨਾ ਕਿਸੇ ਰਿਲੇਟਿਡ ਕੋਰਸ ਦੇ ਵਿੱਚ ਐਡਮਿਸ਼ਨ ਲੈ ਲੈਣ ਤਾਂ ਕਿ ਉਹ ਕੁਝ ਸਿੱਖ ਵੀ ਲੈਣ ਤੇ ਹੋ ਸਕਦਾ ਕਿ ਉਹਨਾਂ ਨੂੰ ਕ੍ਰੈਡਿਟ ਵੀ ਮਿਲ ਜੇ। ਮਿਲ ਜਾਣਗੇ ਜੀ, ਯੂ ਰਾਈਟ। ਹਾਂਜੀ। ਸੋ ਬੈਨੀਫਿਟ ਕੀ ਹੈ ਜੇ ਮੈਂ ਸੋਚਾਂ ਕਿ ਇੰਡੀਆ 'ਚ ਪੜ੍ਹਨ ਦਾ ਤੇ ਅਬਰੋਡ ਪੜ੍ਹਨ 'ਚ ਕੀ ਫਰਕ ਹੈਗਾ? ਮੈਂ ਤੇ ਜਿੱਦਾਂ ਖੁਦ ਦੀ ਗੱਲ ਕਰਾਂ, ਇੰਡੀਆ 'ਚ ਹੀ ਪੜ੍ਹੀ ਆ, ਰਾਈਟ? ਸੋ ਆਈ ਐਮ ਵੈਰੀ ਮਚ ਕਨਵਿੰਸਡ। ਸੋ ਸਟਿਲ I want to know that what are the benefits to the students who pursue their studies abroad? ਤੇ ਇਹ ਵੀ ਜ਼ਰੂਰੀ ਹੈ ਕਿ ਉਹਨਾਂ ਦੇ ਪੇਰੈਂਟਸ ਅਫੋਰਡ ਕਰ ਸਕਣ। ਹਾਂਜੀ, ਬਿਲਕੁਲ ਬਿਲਕੁਲ। ਮੈਂ ਇਹਦੇ 'ਚ ਨਾ ਤੁਹਾਡੇ ਇੱਕ ਸਵਾਲ 'ਚ 2 ਸਵਾਲ ਨੇ, ਬੜਾ ਅੱਛਾ ਤੁਸੀਂ ਇਟਸ ਅਗੇਨ ਅ ਗੁੱਡ ਕੁਐਸਚਨ ਕਿ ਜਿਹੜਾ ਵਿਦੇਸ਼ ਪੜ੍ਹਨ ਦੇ ਵਿੱਚ ਪਹਿਲਾ ਬੈਨੀਫਿਟ ਤੇ ਇਹ ਹੈ ਕਿ ਇੰਟਰਨੈਸ਼ਨਲ ਐਕਸਪੀਰੀਅੰਸ ਤੇ ਇੰਟਰਨੈਸ਼ਨਲ ਐਕਸਪੋਜ਼ਰ ਹੁੰਦਾ ਹੈ। ਹੁਣ ਇੱਕ ਬੜੀ ਕਾਮਨ ਟਰਮ ਹੈ, ਜਦੋਂ ਇੰਟਰਵਿਊ ਤਿਆਰੀ ਕਰਾਉਂਦੇ ਆ ਤੇ ਬੱਚੇ ਇੰਟਰਵਿਊ 'ਚ ਬੋਲਦੇ ਨੇ, ਵੀਜ਼ਾ ਅਫਸਰ ਪੁੱਛਦਾ ਹੈ ਵਾਈ ਡੂ ਯੂ ਵਿਸ਼ ਟੂ ਸਟੱਡੀ ਅਬਰੋਡ ਐਂਡ ਹੀ ਆਨਸਰਸ ਕਿ ਬਿਕਾਜ਼ ਆਈ ਵਿਲ ਗੈਟ ਇੰਟਰਨੈਸ਼ਨਲ ਐਕਸਪੋਜ਼ਰ। ਇੰਟਰਨੈਸ਼ਨਲ ਐਕਸਪੋਜ਼ਰ, ਅਗੋ ਵੀਜ਼ਾ ਅਫਸਰ ਉਲਟ ਸਵਾਲ ਉਹਨੂੰ ਪੁੱਛਦਾ ਹੈ ਕਿ ਵਾਟ ਡੂ ਯੂ ਮੀਨ ਬਾਈ ਇੰਟਰਨੈਸ਼ਨਲ ਐਕਸਪੋਜ਼ਰ। ਸੋ ਇੰਟਰਨੈਸ਼ਨਲ ਐਕਸਪੋਜ਼ਰ ਦਾ ਮਤਲਬ ਤੇ ਇਹ ਹੈ ਕਿ ਅਸੀਂ ਉੱਥੋਂ ਦਾ ਇਨਵਾਇਰਨਮੈਂਟ ਦੇਖ ਲੈਂਦੇ ਆ, ਉੱਥੋਂ ਦਾ ਸਟੱਡੀ ਸਿਸਟਮ ਦੇਖ ਲੈਂਦੇ ਆ। ਔਰ ਜਦੋਂ ਬੱਚਾ ਵਿਦੇਸ਼ ਪੜ੍ਹਨ ਜਾਂਦਾ ਹੈ ਕਿਸੇ ਵੀ ਕੰਟਰੀ ਦੇ ਵਿੱਚ, ਅੱਛੀ ਵੈਸਟਰਨ ਕੰਟਰੀ ਦੇ ਵਿੱਚ, ਉੱਥੇ ਬੱਚੇ ਨੂੰ 20 ਆਵਰਸ ਪਰ ਵੀਕ ਜਿਹੜਾ ਵਰਕ ਅਲਾਉਡ ਹੈ ਔਰ ਡਿਊਰਿੰਗ ਵਕੇਸ਼ਨਸ ਫੁੱਲ ਡੇ ਵਰਕ ਅਲਾਉਡ ਹੈ। ਉਹਦੇ ਨਾਲ ਬੱਚਾ ਉੱਥੋਂ ਦਾ ਵਰਕ ਕਲਚਰ ਸਿੱਖ ਲੈਂਦਾ ਹੈ। ਐਂਡ ਯੂ ਨੋ ਜਿਹੜੇ ਗਲੋਬਲਾਈਜੇਸ਼ਨ ਦੇ ਕਾਰਨ MNCs ਹਰ ਕੰਟਰੀ ਦੇ ਵਿੱਚ ਆ ਰਹੀਆਂ ਨੇ। ਇੰਡੀਆ 'ਚ ਵੀ ਹੈਵ ਮੈਨੀ MNCs। ਸੋ ਮਲਟੀਨੈਸ਼ਨਲ ਕੰਪਨੀਆਂ ਜਿਹੜੀਆਂ ਨੇ ਉਹ ਇੰਟਰਨੈਸ਼ਨਲ ਐਜੂਕੇਸ਼ਨ ਨੂੰ ਪ੍ਰੈਫਰ, ਜਿਹੜੀ ਇਹਦੇ 'ਚ ਮੈਂ ਪੜ੍ਹ ਰਿਹਾ ਸੀਗਾ ਟਾਈਮਸ ਆਫ ਇੰਡੀਆ ਦੇ ਵਿੱਚ, ਕਿ ਜਿਹੜੇ ਬੱਚੇ ਵਿਦੇਸ਼ ਤੋਂ ਪੜ੍ਹ ਕੇ ਆਉਂਦੇ ਨੇ ਉਹਨਾਂ ਦੀਆਂ ਜਿਹੜੀ ਜੌਬ ਪ੍ਰੋਸਪੈਕਟਸ ਨੇ ਉਹ 57% ਹਾਇਰ ਨੇ ਔਰ ਜਿਹੜੀ ਸੈਲਰੀ ਰੇਂਜ ਹੈ ਉਹ 30 ਤੋਂ 32% ਉਹਨਾਂ ਦੀ ਸੈਲਰੀ ਸਟੱਡੀ ਹੋਈ ਸੀ 30 to 32% ਤੱਕ ਸੈਲਰੀ ਰੇਂਜ। ਫॉर एग्जांपल ਇੱਕ ਬੱਚੇ ਨੇ MBA ਇੱਥੋਂ ਕੀਤੀ ਹੈ, ਇੰਡੀਆ ਤੋਂ ਕੀਤੀ ਹੈ, ਇੱਕ ਬੱਚਾ UK ਤੋਂ MBA ਕਰਕੇ ਆਇਆ ਹੈ। ਸੋ ਉਹਦੀ ਸੈਲਰੀ ਜਿਹੜਾ ਡਿਫਰੈਂਸ ਹੈ ਇਟ ਇਜ਼ ਮਿਨੀਮਮ 30 to 32%। ਪੰਜਾਬ ਦੀ ਗੱਲ ਕਰਾਂ, ਅਸੀਂ ਪੰਜਾਬ ਨੂੰ ਬਿਲੋਂਗ ਕਰਦੇ ਹਾਂ। ਸਾਡੇ ਬੱਚੇ ਜਿਹੜੇ ਇੱਥੋਂ ਜਾਂਦੇ ਨੇ ਉਹਨਾਂ ਦੇ 2 ਦੇਸ਼ ਹੁੰਦੇ ਨੇ, ਪੜ੍ਹਨਾ ਵੀ, ਸੈਕੰਡ ਦਾ ਹੈ ਕਿ ਉੱਥੇ ਰੈਜ਼ੀਡੈਂਸੀ ਵੀ ਲੈ ਲੈਣੀ। ਸਾਡੇ ਬੱਚੇ ਵਾਪਸ ਘੱਟ ਆਉਂਦੇ ਨੇ। ਬਟ ਇਫ ਵੀ ਕ੍ਰਾਸ ਦਿੱਲੀ, ਅਸੀਂ ਸਾਊਥ ਸਾਈਡ ਚੱਲ ਜਾਈਏ ਇੰਡੀਆ ਦੇ ਵਿੱਚ, ਤੇ ਉੱਥੇ ਬੱਚੇ ਜਾਂਦੇ ਹੀ ਪੜ੍ਹ ਕੇ ਤੇ ਵਾਪਸ ਆ ਜਾਂਦੇ ਨੇ। ਉਹ ਸਿਰਫ 20% 25% ਬੱਚੇ ਨੇ those who look for residency there, but a majority of students go to enhance their international education, to enhance their international skills. आगे ਉਹਨਾਂ ਨੂੰ ਦੀ ਜਿਹੜੀ ਸੈਲਰੀ ਹੈ they look for a huge hike once they come back to India. तो बहुत सारे अच्छे कॉलेजेस ने, भावे हार्वर्ड लगा लो, द बेस्ट ऑफ द यूनिवर्सिटीज लगा लो, भावे एवरीबडी हैज एन ऑनलाइन वे ऑफ टीचिंग स्टूडेंट्स। ये ऑनलाइन कोर्सेज भी अवेलेबल है। जे मैं भी हां ते मैं भी चाहां कि अज मैं अमेरिका दी इस यूनिवर्सिटी तो कोई अच्छा कोर्स करना चाहनी है ते मेरे को भी ऑप्शन अवेलेबल है। दो मैनू काफी कॉस्टली पएगा, मैं मानती, बट स्टिल व्हाई इट इज सो इंपॉर्टेंट टू गो टू द अदर कंट्री एंड स्टडी। मैं ਤੁਹਾਨੂੰ ਇੱਕ ਨਿੱਕੀ ਜਿਹੀ ਐਗਜ਼ਾਮਪਲ ਦਿੰਦਾ, ਤਕਰੀਬਨ 10-12 ਸਾਲ ਪੁਰਾਣੀ ਐਗਜ਼ਾਮਪਲ ਹੈ। ਇੱਥੇ ਮੇਰੇ ਦੋਸਤ ਸੀਗੇ, ਪੁਲਿਸ ਵਿੱਚ ਸੀਗੇ, ਹੇਮੰਤ ਆਹੂਜਾ ਕਰਕੇ ਉਹਦਾ ਬੇਟਾ ਸੀਗਾ। ਉਹ ਬੱਚਾ ਇੰਨਾ ਸ਼ਰਾਰਤੀ ਸੀਗਾ, ਉਹਦੇ ਫਾਦਰ ਬੜੇ ਪਰੇਸ਼ਾਨ ਸੀਗੇ। ਕੀ ਹੁੰਦਾ ਸੀਗਾ ਜੀ, ਉਹਨੇ ਹਫਤੇ ਦੇ ਵਿੱਚ ਜਾਂ ਕਿਸੇ ਨੂੰ ਕੁੱਟ ਕੇ ਆਣਾ ਜਾਂ ਕੁੱਟ ਖਾ ਕੇ ਆਣੀ। ਉਹ ਇੰਨਾ ਵਿਗੜਿਆ ਸੀ ਤੇ ਘਰ ਵੀ ਉਹਨੇ ਬੜਾ ਪਰੇਸ਼ਾਨ ਸੀ। ਚਲੋ 5 ਬੈਂਡ ਦੇ ਨਾਲ ਆਸਟ੍ਰੇਲੀਆ ਦਾ ਵੀਜ਼ਾ ਲੱਗਦਾ ਸੀ, ਗੈਪ ਵੀ ਐਕਸੈਪਟੇਬਲ ਸੀ। ਐਨੀਵੇ ਵੀ ਮੈਨੇਜਡ ਟੂ ਸੈਂਡ ਹਿਮ ਅਬਰੋਡ। ਆਫਟਰ 2 ਇਅਰਸ ਮੈਂ ਆਸਟ੍ਰੇਲੀਆ ਗਿਆ ਤੇ ਉਹਦਾ ਮੈਨੂੰ ਕਾਲ ਆਇਆ, ਫੇਸਬੁੱਕ ਤੇ ਪਾਇਆ ਕਿ ਮੈਂ ਆਸਟ੍ਰੇਲੀਆ ਆਇਆ ਤੇ ਉਹ ਕਹਿੰਦਾ ਸਭ ਨੂੰ ਮਿਲਿਓ ਜ਼ਰੂਰ। he spent around 3-4 hours with me। ਔਰ ਉਹ ਬੱਚਾ ਮੈਂ ਦੇਖਿਆ ਇੰਨਾ ਸਿਵਲਾਈਜ਼ਡ, ਜੇ ਕਿਤੇ ਅਸੀਂ ਕੋਈ ਚੀਜ਼ ਲੈਣੀ ਸੀ ਤਾਂ ਲਾਈਨ 'ਚ ਲੱਗ ਕੇ ਰਹਿ ਰਿਹਾ ਸੀਗਾ। he was so well behaved, became so conditioned, ਇੰਨਾ ਅੱਛਾ ਹੋ ਗਿਆ। ਔਰ 4 ਵਜੇ ਮੈਨੂੰ ਕਹਿੰਦਾ ਸਰ ਮੇਰੀ 4:30 ਵਜੇ ਜੌਬ ਆ, ਸੌਰੀ ਮੈਂ ਤੁਹਾਡੇ ਨਾਲ 4 ਘੰਟੇ ਸਪੈਂਡ ਕਰਨੇ ਸੀ, 4 ਘੰਟੇ ਕਰ ਲਏ, ਹੁਣ ਮੈਂ ਜਾਣਾ। so I was happy to see a big change in him। ਉਹ ਬੱਚਾ ਜਿਹੜਾ ਇੱਥੇ ਵਿਗੜਿਆ ਸੀ ਉੱਠਦਾ ਹੀ 12 ਵਜੇ ਸੀਗਾ। what I want to say from here ਕਿ ਵਿਦੇਸ਼ ਜਾ ਕੇ ਬੱਚੇ ਦੀ ਪਰਸਨਲ ਡਿਵੈਲਪਮੈਂਟ ਬੜੀ ਹੁੰਦੀ ਹੈ, ਜਿਹੜੀ ਆਨਲਾਈਨ ਕੋਰਸਾਂ ਨਹੀਂ ਹੋ ਸਕਦੀ। ਆਨਲਾਈਨ ਕੋਰਸਾਂ ਸਾਨੂੰ ਸਿਰਫ ਡਿਗਰੀ ਮਿਲ ਜਾਂਦੀ ਹੈ। ਹਾਂ ਯਸ, ਜੇ ਸ਼ਾਰਟ ਟਰਮ ਕੋਰਸਸ ਕਰਨੇ ਲਾਈਕ 3 months ਕੋਰਸ, ਲਾਈਕ ਜਿਸ ਤਰ੍ਹਾਂ ਮੈਂ 1-2 ਕੋਰਸਸ ਕੀਤੇ ਹੋਏ ਨੇ, ਜਾਂ ਅਸੀਂ ਜਿਹੜੇ ਪ੍ਰੋਫੈਸ਼ਨਲਸ ਕਰਦੇ ਹਾਂ, ਦੈਟ ਇਜ਼ ਗੁੱਡ, ਕਿਉਂਕਿ ਅਸੀਂ ਨੌਲੇਜ ਸੀਕ ਕਰਦੇ ਹਾਂ, ਨੌਲੇਜ ਲੈ ਲੈਂਦੇ ਹਾਂ। ਲੇਕਿਨ ਜੇ ਅਸੀਂ ਚਾਹੁੰਦੇ ਹਾਂ ਕਿ ਪ੍ਰੋਪਰ ਪਰਸਨੈਲਿਟੀ ਡਿਵੈਲਪਮੈਂਟ ਕੀਤੀ ਜਾਵੇ, ਇੰਟਰਨੈਸ਼ਨਲ ਐਕਸਪੀਰੀਅੰਸ, ਮਲਟੀਕਲਚਰਲ ਲੋਕਾਂ ਨੂੰ ਮਿਲਿਆ ਜਾਵੇ, ਮਲਟੀਕਲਚਰਲ ਐਥਿਕਸ ਸਿੱਖੇ ਜਾਣ, ਤੇ ਦੈਟ ਇਜ਼ ਪੋਸੀਬਲ ਓਨਲੀ ਇਫ ਵੀ ਗੋ ਐਂਡ ਸਟੱਡੀ देयर
rather than studying online. ਰਾਈਟ ਸੋ ਜਿਵੇਂ ਬਹੁਤ ਸਾਰੇ ਬੱਚੇ ਨੇ ਉਹ 9th 10th ਵਿੱਚ ਵੀ ਹੀ ਸੁਪਨਾ ਲੈਣ ਲੱਗ ਜਾਂਦੇ ਬਾਹਰ ਜਾ ਕੇ ਪੜ੍ਹਨ ਦਾ ਰਾਈਟ ਆਪਣੇ ਪੇਰੈਂਟਸ ਨੂੰ ਕੰਡੀਸ਼ਨ ਕਰ ਦਿੰਦੇ ਨੇ 12th ਤੱਕ ਆਉਂਦੇ ਹੁੰਦੇ ਕਿ ਨਹੀਂ ਅਸੀਂ ਬਾਹਰ ਹੀ ਜਾਵਾਂਗੇ ਹਾਲਾਂਕਿ ਬਹੁਤ ਸਾਰੇ ਬੱਚੇ ਹੁੰਦੇ ਜਿਨ੍ਹਾਂ ਦਾ ਕੋਈ ਵੀ ਰਿਲੇਟਿਵ ਨਹੀਂ ਬਾਹਰ ਰਹਿੰਦਾ ਕੋਈ ਨੋਨ ਨਹੀਂ ਬਾਹਰ ਰਹਿੰਦਾ ਐਂਡ ਜਸਟ ਉਹ ਆਪਣੇ ਕਲਾਸਮੇਟਸ ਦੇ ਪੀਅਰ ਪ੍ਰੈਸ਼ਰ ਦੇ ਅੰਡਰ ਆ ਕੇ ਦੇ ਥਿੰਕ ਕਿ ਉਹਨਾਂ ਨੇ ਵੀ ਬਾਹਰ ਜਾਣਾ ਹੈ ਸੋ ਹਾਊ ਸਟੂਡੈਂਟਸ ਕੈਨ ਸਿਲੈਕਟ ਦ ਬੈਸਟ ਕਾਲਜ ਔਰ ਯੂਨੀਵਰਸਿਟੀ ਫॉर themselves ਸਿਟਿੰਗ ਓਵਰ ਹੇਅਰ ਹਾਊ ਦੇ ਕੈਨ ਰਿਸਰਚ ਅਬਾਊਟ ਇਟ ਕਿੱਦਾਂ ਰਿਸਰਚ ਕਰ ਸਕਦੇ ਕਿ ਕਿਹੜਾ ਕਾਲਜ ਕਿਹੜੀ ਯੂਨੀਵਰਸਿਟੀ ਉਹਨਾਂ ਲਈ ਬੈਟਰ ਰਹੇਗੀ ਜੀ ਮੈਮ ਇਸ ਤਰ੍ਹਾਂ ਹੈ ਕਿ ਬੱਚਿਆਂ ਨੂੰ ਇੱਕ ਤੇ ਕਾਉਂਸਲਿੰਗ ਫੇਅਰਸ ਕਾਫੀ ਲੱਗਦੇ ਨੇ ਦੇ ਮਸਟ ਅਟੈਂਡ ਦੋਜ਼ ਫੇਅਰਸ ਸੈਕੰਡਲੀ ਇਨੇ ਵੈਬਸਾਈਟਸ ਅਵੇਲੇਬਲ ਨੇ ਰਿਸਰਚ ਵੈਬਸਾਈਟਸ ਦੇ ਕੈਨ ਜਸਟ ਗੋ ਟੂ ਇੰਟਰਨੈਟ ਪਹਿਲਾਂ ਤੇ ਉਹ ਕੰਟਰੀ ਫਾਈਨਲਾਈਜ਼ ਕਰਨ ठीक है ਤੁਸੀਂ ਗੂਗਲ ਕਰੋਗੇ which country is better ਜਾਂ comparative study of Australia and Canada for example I'm ambiguous ਕਿ ਮੈਂ ਕੈਨੇਡਾ ਜਾਵਾਂ ਜਾਂ ਆਸਟ੍ਰੇਲੀਆ ਜਾਵਾਂ ਮੈਂ ਇੱਕ ਉਹਦੀ ਰਿਸਰਚ ਕਰ ਰਹਾ ਇੱਕ ਏਜੰਟ ਜਿਹੜੇ ਕੰਸਲਟੈਂਟਸ ਨੇ ਕਾਉਂਸਲਰਲੀ ਮੇਰੇ ਕੋਲ ਬੱਚਾ ਹੈ ਮੈਨੂੰ ਕਹਤਾ ਕਿ ਬੇਟਾ ਤੂੰ RMIT ਚਲੇ ਜਾ ਮੋਨਾਸ਼ ਯੂਨੀਵਰਸਿਟੀ ਚਲੇ ਜਾ ਠੀਕ ਹੈ ਯੂਨੀਵਰਸਿਟੀ ਆਫ ਟੋਰਾਂਟੋ ਚਲੇ ਜਾ so what they should do they should go and search for the same university online ਹਰ ਯੂਨੀਵਰਸਿਟੀ ਦੇ ਰਿਵਿਊਜ਼ ਹਰ ਯੂਨੀਵਰਸਿਟੀ ਦੀ ਰੈਂਕਿੰਗ ਜਿਹੜੀ ਹੈ ਉਹ ਇੰਟਰਨੈਟ ਦੇ ਉੱਤੇ ਅਵੇਲੇਬਲ ਹੈ ਵੈਬਸਾਈਟਸ ਉਹਦੇ ਅਵੇਲੇਬਲ ਹੈ ਸੋ ਸਟੂਡੈਂਟਸ ਨੂੰ ਮਸਟ ਰਿਸਰਚ ਕਰਨ ਦਾ ਕੀ ਹੈ ਸੈਕੰਡ ਸਟੂਡੈਂਟ ਇਹ ਜ਼ਰੂਰ ਦੇਖੇ ਕਿ ਦੇ ਸ਼ੁਡ ਨਾਟ ਚੂਜ਼ ਕੋਰਸ ਜਸਟ ਫॉर द ਸੇਕ ਆਫ ਗੋਇੰਗ ਅਬਰੋਡ ਕਈ ਵਾਰੀ ਬੱਚੇ ਕੀ ਕਰਦੇ ਨੇ when I entered into this venture ਤੇ ਬੱਚਾ ਮੇਰੇ ਕੋਲ ਆਉਣਾ ਮੈਨੂੰ ਇੱਕ ਘੰਟਾ ਸਪੈਂਡ ਕਰਨਾ ਹੁਣ ਵੀ ਅਸੀਂ ਕਾਫੀ ਬੱਚਿਆਂ ਨਾਲ ਕਰਦੇ ਆ ਬੇਟਾ ਤੂੰ 10 ਸਾਲ ਬਾਅਦ ਆਪਣੇ ਕਿੱਥੇ ਦੇਖਣਾ ਚਾਹੁੰਦਾ ਤੇਰਾ ਇੰਟਰਸਟ ਕਿੱਥੇ ਆ ਬੱਚਾ ਕਹਿੰਦਾ ਸੀ ਮੇਰਾ ਸਾਇੰਸ ਵਿੱਚ ਆ ਸਾਇੰਸ ਵਿੱਚ ਵੀ ਕਿਹਦੇ ਵਿੱਚ ਆ ਬੱਚਾ ਕਹਿੰਦਾ ਮੋਰ ਇੰਟਰਸਟਡ ਇਨ ਫਿਜ਼ਿਕਸ ਦੇ ਵਿੱਚ ਕਿਹੜਾ ਸਬ ਮਟੀਰੀਅਲ ਸਾਇੰਸ ਹੈ ਜੀਓ ਫਿਜ਼ਿਕਸ ਹੈ ਕਿਹੜੀ ਫਿਜ਼ਿਕਸ ਹੈ ਉਹਦੇ ਅਕੋਰਡਿੰਗ ਅਸੀਂ ਕੋਰਸ ਐਡਵਾਈਜ਼ ਕਰਦੇ ਸੀ ਕਈ ਬੱਚੇ ਤੇ ਅਜੇ ਵੀ ਇਹਨੂੰ ਬੜੇ ਅੱਛੇ ਤਰੀਕੇ ਨਾਲ ਲੈਂਦੇ ਆ ਲੇਕਿਨ ਕਈ ਉਦੋਂ ਵੀ ਕਹਿ ਦਿੰਦੇ ਸੀ ਕਿ ਸਰ ਜੀ ਕੋਰਸ ਸੌਖਾ ਹੋਵੇ ਸਸਤਾ ਹੋਵੇ PR ਹੋਵੇ no that is a wrong strategy ਉਹਨਾਂ ਨੂੰ ਕੋਰਸ ਉਹ ਲੈਣਾ ਚਾਹੀਦਾ ਹੈ ਜਿਹੜਾ ਮਹਿੰਗਾ ਬਹੁਤ ਜ਼ਿਆਦਾ ਨਾ ਹੋਵੇ ਆਪਣੇ ਪੇਰੈਂਟਸ ਦੀ ਪਾਕਟ ਜ਼ਰੂਰ ਦੇਖਣ ਕਿ ਬਜਟ ਕਿੰਨਾ ਹੈ ਲੇਕਿਨ ਕੈਰੀਅਰ ਓਰੀਐਂਟਡ ਜ਼ਰੂਰ ਹੋਵੇ ਕੱਲਾ PR ਨਾਲ ਸੀਮਤ ਨਾ ਹੋਵੇ ਉਹਨਾਂ ਨੇ ਇੱਕ PR ਲੈ ਕੇ ਉੱਥੇ ਫਿਰ ਉਹ ਟੈਕਸੀ ਚਲਾਉਣ ਜਾਂ ਸਿਕਿਉਰਿਟੀ ਦੀ ਜੌਬਸ ਕਰਨ ਦੇ ਸ਼ੁਡ ਨਾਟ ਲੁੱਕ ਇਨਟੂ ਦਿਸ ਯੂਨੀਵਰਸਿਟੀ ਅੱਛੀ ਦੇਖਣ ਅੱਛੀ ਰੈਂਕਿੰਗ ਹੋਵੇ ਕੋਰਸ ਉਹਨਾਂ ਦੇ ਇੰਟਰਸਟ ਦਾ ਹੋਵੇ ਔਰ ਲੋਕੇਸ਼ਨ ਜਿਹੜੀ ਆ ਉਹਦੀ ਜ਼ਰੂਰ ਅੱਛੀ ਹੋਵੇ ਕਿਉਂਕਿ ਕਈ ਕੋਰਸਸ ਉਹ ਬਹੁਤ ਰਿਮੋਟ ਏਰੀਆ ਦੇ ਵਿੱਚ ਯੂਨੀਵਰਸਿਟੀਜ਼ ਜਿਹੜੀਆਂ ਨੇ ਉੱਥੇ ਜਾ ਕੇ ਬੱਚੇ ਜਦੋਂ ਆਪਣਾ ਨੂੰ ਇੰਡੀਅਨ ਕਲਚਰ ਨਹੀਂ ਮਿਲਦਾ ਜਾਂ ਜ਼ਿਆਦਾ ਇੰਡੀਅਨਸ ਨਹੀਂ ਲੱਭਦੇ ਤਾਂ ਫਿਰ ਹੋਮ ਸਿਕਨੈਸ ਫੀਲ ਕਰਦੇ ਨੇ ਉਹ ਵੀ ਪਰੇਸ਼ਾਨ ਹੁੰਦੇ ਨੇ ਸੋ 4-5-6 ਫੈਕਟਰ ਨੇ ਜਿਹੜੇ ਉਹ ਜ਼ਰੂਰ ਰਿਸਰਚ ਕਰਨ ਬਿਫੋਰ ਸਿਲੈਕਟਿੰਗ ਔਰ ਫਾਈਨਲਾਈਜ਼ਿੰਗ देयर ਕੋਰਸ ਔਰ ਕਾਲਜ ਔਰ ਯੂਨੀਵਰਸਿਟੀ ਜੀ ਮੈਂ ਆਪਣੀ ਆਡੀਅנס ਨੂੰ ਵੀ ਦੱਸਣਾ ਚਾਹਨੀ ਕਿ ਸਰ ਨੂੰ ਸਪੈਸੀਫਿਕਲੀ ਬੁਲਾਉਣ ਦਾ ਮਕਸਦ ਇਹ ਵੀ ਹੈ ਕਿ ਹੀ ਇਜ਼ ਵੈਰੀ ਮਚ ਫੋਕਸਡ ਔਨ ਐਜੂਕੇਸ਼ਨ ਕਿ ਪੜ੍ਹਾਈ ਵੱਲ ਵੀ ਬੱਚਿਆਂ ਦਾ ਧਿਆਨ ਹੋਵੇ ਉਹ ਜਿਹੇ ਸਟੂਡੈਂਟਸ ਨੂੰ ਬੈਟਰ ਗਾਈਡ ਕੀਤਾ ਜਾਵੇ ਜਿਹੜੇ ਬਾਹਰ ਜਾ ਕੇ ਵਾਕਈ ਪੜ੍ਹਨਾ ਚਾਹੁੰਦੇ ਨੇ ਅੱਗੋਂ ਦੇ ਵਾਂਟ ਟੂ ਸੈਟ ਅਪ देयर ਕੈਰੀਅਰ ਸਿਰਫ ਇਹ ਨਹੀਂ ਉਹਨਾਂ ਦੇ ਮਾਈਂਡ 'ਚ ਕਿ ਕੁਝ ਵੀ ਉੱਥੇ ਮਿਲ ਜੇ ਤੇ ਅਸੀਂ PR ਹੋ ਜਾਈਏ So this is one of the best thing, I like about Davesar. Sir, I want to ask, what are the popular courses currently? And popular course again depend ਕਰਦਾ ਹੈ ਬੱਚੇ ਦੇ ਪ੍ਰੋਫਾਈਲ ਦੇ ਉੱਪਰ ਕਿ ਬੱਚੇ ਦੀ ਜਿਹੜੀ +2 ਦੇ ਵਿੱਚ ਸਟਰੀਮ ਹੈ ਕਿਉਂਕਿ ਦੋ ਮੇਜਰ ਜਿਹੜੇ ਸਟੂਡੈਂਟਸ ਆਉਂਦੇ ਨੇ they either go after +2 or they go after graduation. ਤੇ ਜ਼ਿਆਦਾ ਜਿਹੜੀ ਬਹੁਤਾਤ ਹੈ ਪਰਸੈਂਟੇਜ ਹੈ more than 70 or 75% ਸਟੂਡੈਂਟਸ ਜਿਹੜੇ ਨੇ they go after 10+2. So 10+2 ਵਿੱਚ ਸਾਡੇ 4 ਸਟਰੀਮਸ ਨੇ ਜਿਹੜੀਆਂ ਪਪੂਲਰ ਨੇ ਇੰਡੀਆ ਦੇ ਵਿੱਚ ਮੈਡੀਕਲ ਨਾਨ ਮੈਡੀਕਲ ਆਰਟਸ ਔਰ ਹਿਊਮੈਨਿਟੀਜ਼ ਔਰ ਕਾਮਰਸ ਤੇ ਇਹ ਜਿਹੜੇ ਨਰਸਿੰਗ ਇਜ਼ ਵੈਰੀ ਗੁੱਡ ਪਪੂਲਰ ਕੋਰਸ ਨਰਸਿੰਗ ਦਾ ਜਿਹੜੇ ਬੱਚੇ PR ਚਾਹੁੰਦੇ ਨੇ PR ਵੀ ਮਿਲ ਜਾਂਦੀ ਹੈ ਔਰ ਐਟ ਦ ਸੇਮ ਟਾਈਮ ਨਰਸਿੰਗ ਦੇ ਜੌਬ ਪ੍ਰੋਸਪੈਕਟਸ ਬੜੇ ਅੱਛੇ ਨੇ ਜਿਹੜੇ ਬੱਚੇ ਪੈਸੇ ਅਰਨ ਕਰਨਾ ਚਾਹੁੰਦੇ ਨੇ ਇਹਦੀ ਸੈਲਰੀ ਬੜੀ ਅੱਛੀ ਹੈ ਕਿਨਜ਼ੀਓਲੋਜੀ ਹੈ ਮੈਂ ਮੈਡੀਕਲ ਦੀ ਅਗਰ ਗੱਲ ਕਰਾਂ ਫਾਰਮੇਸੀ ਟੈਕਨੀਸ਼ੀਅਨ ਹੈ ਲੈਬ ਟੈਕਨੀਸ਼ੀਅਨ ਹੈ ਹੈਲਥ ਸਾਇੰਸਸ ਹੈ ਪਬਲਿਕ ਹੈਲਥ ਹੈ ਸੋ ਮੈਨੀ ਕੋਰਸਸ ਆਫਿਸ ਅਸਿਸਟੈਂਟ ਮੈਡੀਕਲ ਆਫਿਸ ਅਸਿਸਟੈਂਟ ਹੈ ਜਿਹੜੇ ਡਿਪਲੋਮਾ ਕਰਨਾ ਚਾਹੁੰਦੇ ਨੇ ਬੱਚੇ ਸਿੰਪਲ ਸੋ ਇਹ ਕੋਰਸਸ ਨੇ ਜੇ ਅਕਾਊਂਟਿੰਗ ਦੀ ਗੱਲ ਕਰੀਏ ਅਕਾਊਂਟਿੰਗ ਦੇ ਵਿੱਚ ਪ੍ਰੋਫੈਸ਼ਨਲ ਅਕਾਊਂਟਿੰਗ ਇਜ਼ देयर ਬਿਜ਼ਨਸ ਮੈਨੇਜਮੈਂਟ ਇਜ਼ देयर ਬੜਾ ਅੱਛਾ ਕੋਰਸ ਆਇਆ ਹੈ that is called business information system ਕਈ ਬੱਚੇ ਇੰਟਰਸਟਡ ਨੇ IT ਦੇ ਵਿੱਚ ਵੀ ਔਰ ਬਿਜ਼ਨਸ ਦੇ ਵਿੱਚ ਵੀ ਸੋ that is a blend of IT and business MBIS ਨੂੰ ਬੋਲਦੇ ਅਸੀਂ ਮਾਸਟਰ ਆਫ ਬਿਜ਼ਨਸ ਇਨਫੋਰਮੇਸ਼ਨ ਸਿਸਟਮ ਇਹ ਦੋਵਾਂ ਦਾ ਬਲੈਂਡ ਹੈ ਉਦਾਂ ਹੀ ਜੇ ਕੰਪਿਊਟਰ ਜਾਣਾ ਚਾਹੁੰਦੇ ਨਾਨ ਮੈਡੀਕਲ ਵਾਲੇ ਬੱਚੇ ਤੇ ਕੰਪਿਊਟਰ ਦੇ ਵਿੱਚ ਵੀ ਪਹਿਲਾਂ ਕੀ ਸੀਗਾ ਕਿ ਬੱਚੇ ਪਲੇਨ ਕੰਪਿਊਟਰ ਜਾਂ IT ਵਿੱਚ ਜਾਂਦੇ ਸੀ ਨਾਓ ਦੇ ਮਸਟ ਸਪੈਸ਼ਲਾਈਜ਼ ਲਾਈਕ ਕਲਾਊਡ ਕੰਪਿਊਟਿੰਗ ਹੈ networking and security है e-commerce है मतलब they must choose a specialized course क्योंकि specialized course ਦਾ ਜਿਹੜਾ scope ਹੈ ਸੋ ਇਹ ਬੱਚੇ ਜਿਹੜੇ ਸਾਡੇ ਜਾ ਰਹੇ ਨੇ ਇੰਜੀਨੀਅਰਿੰਗ ਦੀ ਗੱਲ ਕਰਦੇ ਇੰਜੀਨੀਅਰਿੰਗ ਪਹਿਲਾਂ ਬੱਚੇ ਮੇਨ ਕੰਪਿਊਟਰ ਇੰਜੀਨੀਅਰਿੰਗ ਕਰ ਲਓ ਇਸ ਤਰ੍ਹਾਂ ਜਾਂਦੇ ਸੀਗੇ but now they are looking for some particular specialized like mining engineering ਹੈ civil engineering ਹੈ leather technology ਹੈ ਸੋ ਅਲੱਗ-ਅਲੱਗ biotechnology ਹੈ so these are certain popular courses ਜਿਹੜੇ ਅੱਛੇ ਸਟੂਡੈਂਟਸ ਚੂਜ਼ ਕਰ ਰਹੇ right sir ਤੇ ਤੁਹਾਨੂੰ ਕੀ ਲੱਗਦਾ ਹੈ ਕਿ
ਕਦੋਂ ਇੱਕ ਸਟੂਡੈਂਟ ਨੂੰ ਜਾਂ ਇੱਕ ਫੈਮਿਲੀ ਨੂੰ ਰੀਅਲਾਈਜ਼ ਕਰਨਾ ਚਾਹੀਦਾ ਕਿ ਕਿਤੇ ਨਾ ਕਿਤੇ ਅਸੀਂ ਗਲਤ ਗਾਈਡ ਹੋ ਰਹੇ ਹਾਂ? ਕੁਝ ਏਦਾਂ ਦੱਸੋ ਕਿ when they are talking to some company ਜਾਂ some consultant ਤੇ how they can judge ਕਿ ਸਹੀ ਗਾਈਡ ਨਹੀਂ ਹੋ ਪਾ ਰਹੇ। ਮੈਂ ਸਮਝ ਗਿਆ। ਦੇਖੋ, ਇਹ ਤੁਹਾਡਾ ਸਵਾਲ ਸੁਣ ਕੇ ਮੈਨੂੰ ਇੱਕ ਸਵਾਲ ਬੜਾ ਪੁਰਾਣਾ ਯਾਦ ਆ ਗਿਆ। ਇਸ ਤਰ੍ਹਾਂ ਨਾ ਇੱਕ ਜੈਂਟਲਮੈਨ ਸੀਗੇ, ਮੇਰੇ ਨਾਲ ਗੱਲਾਂ ਕੀਤੀਆਂ, ਸਾਰਾ ਸਮਝਾਇਆ। ਕਹਿੰਦੇ ਦਵੇਸਰ ਜੀ ਤੁਸੀਂ ਗੱਲਾਂ ਤਾਂ ਬੜੀਆਂ ਸੋਹਣੀਆਂ ਕੀਤੀਆਂ, ਮੈਂ ਪ੍ਰਭਾਵਿਤ ਹੋ ਗਿਆ, ਮੈਂ ਆਪਣੇ ਬੱਚੇ ਦੀ ਫਾਈਲ ਵੀ ਤੁਹਾਡੇ ਕੋਲ ਆਉਣੀ ਆ, ਪਰ ਮੈਂ 2-3 ਸੈਂਟਰਾਂ 'ਚ ਹੋਰ ਗਿਆ ਤੇ ਉਹਨਾਂ ਵੀ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਨੇ। ਹੁਣ ਮੈਨੂੰ ਕਿੱਥੋਂ ਪਤਾ ਲੱਗੇ ਵੀ ਤੁਸੀਂ ਜੈਨੂਇਨ ਹੋ ਕਿ ਉਹ ਜੈਨੂਇਨ? ਤੁਸੀਂ ਜਿਹੜਾ ਸਵਾਲ ਤੁਸੀਂ ਪੁੱਛਿਆ ਸੇਮ ਸਵਾਲ ਨਾਲ ਜੈਂਟਲਮੈਨ ਨੇ ਪੁੱਛਿਆ। ਮੈਂ ਕਿਹਾ ਸਰ ਤੁਹਾਡਾ ਸਵਾਲ ਜਿਹੜਾ ਜਾਇਜ਼ ਹੈ, ਉਹ 'ਚ ਮੈਂ 2-3 ਤੁਸੀਂ 4 ਕੰਮ ਜ਼ਰੂਰ ਕਰੋ। ਪਹਿਲਾਂ ਤੇ ਇਹ ਹੈ ਕਿ ਅੱਜ ਆਏ ਹੋ ਤੁਸੀਂ, ਅੱਜ ਵੀ ਆ ਜਾਓ, ਕੱਲ ਵੀ ਆਓ, 2 ਦਿਨ ਮੇਰੇ ਦਫ਼ਤਰ ਆ ਕੇ ਬੈਠੇ ਰਹੋ, ਬਾਹਰ ਗੇਟ ਦੇ ਬਾਹਰ ਖਲੋਤੇ ਰਹੋ। ਜਿਹੜੇ ਆ ਰਹੇ ਨੇ ਉਹਨਾਂ ਨੂੰ ਪੁੱਛੋ ਵੀ ਕਿੱਧਰ ਆਏ ਹੋ, ਜਿਹੜੇ ਜਾ ਰਹੇ ਨੇ ਕਿੱਧਰ ਜਾ ਰਹੇ ਹੋ, ਤਾਂ ਕਿ ਕੀ ਤੁਸੀਂ ਹੈਪੀ ਹੋ। ਨੋਰਮਲੀ ਹੁੰਦਾ ਕੀ ਹੈ ਕਿ ਜੇ ਕੋਈ ਚੀਟਿੰਗ ਕਰਦਾ ਹੋਵੇ ਏਜੰਟ ਜਾਂ ਮਿਸਗਾਈਡ ਕਰਦਾ ਹੋਵੇ ਤਾਂ ਬੱਚੇ ਕੰਪਲੇਂਟਸ ਲੈ ਕੇ ਵੀ ਹੁੰਦੇ ਨੇ। ਜਸਟ ਆਸਕ ਵੈਦਰ ਦੇ ਆਰ ਹੈਪੀ ਵਿਦ ਦ ਸਰਵਿਸਿਜ਼ ਔਰ ਨਾਟ। ਦੂਸਰਾ, ਇਹ ਦੇਖੋ ਸਾਡੇ ਕੋਲ ਸਰਟੀਫਿਕੇਸ਼ਨਸ ਨੇ ਜਿਹੜੀਆਂ ਯੂਨੀਵਰਸਿਟੀ ਨੇ ਸਾਨੂੰ ਦਿੱਤੀਆਂ ਨੇ, ਸਾਡੇ ਆਫਿਸ ਸਰਟੀਫਿਕੇਟ ਲੱਗੇ ਨੇ। ਸਪੋਜ਼ ਕਰੋ ਅਸੀਂ ਆਪੇ ਬਣਾ ਕੇ ਲਗਾ ਦਿੱਤੇ, ਤੁਸੀਂ ਯੂਨੀਵਰਸਿਟੀ ਦੀ ਵੈਬਸਾਈਟ ਤੇ ਜਾਓ। ਅੱਜ ਕੱਲ੍ਹ ਯੂਨੀਵਰਸਿਟੀ ਨੇ ਕੀਤਾ ਹੈ ਕਿ ਆਪਣੇ ਜਿੰਨੇ ਵੀ ਉਹਨਾਂ ਦੇ ਏਜੰਟਸ ਨੇ, ਜਿੰਨੇ ਵੀ ਰਿਪਰੈਜ਼ੈਂਟੇਟਿਵਸ ਨੇ, ਉਹਨਾਂ ਦੇ ਨੇਮਸ ਐਂਡ ਐਡਰੈਸਸ ਐਂਡ ਕੰਟੈਕਟ ਨੰਬਰਸ ਆਪਣੀ ਵੈਬਸਾਈਟ ਤੇ ਪਾਏ ਨੇ। ਫਿਰ ਮੈਂ ਆਪਣੇ ਕੋਲ ਹੀ ਬਿਠਾ ਕੇ ਉਹਨਾਂ ਵੈਬਸਾਈਟ ਸਰਚ ਕਰਾਈਆਂ ਜਿਹੜੀ ਯੂਨੀਵਰਸਿਟੀ ਲਾਈ ਕਿ ਸਾਰੇ ਦੇਖੋ, ਵੀ ਆਰ ਨਾਟ ਇਨਡਾਇਰੈਕਟ ਏਜੰਟ, ਵੀ ਆਰ ਨਾਟ ਸਬ ਏਜੰਟ, ਵੀ ਆਰ ਡਾਇਰੈਕਟ ਏਜੰਟ। ਫਿਰ ਉਹਨੇ ਦੱਸਿਆ ਕਿ ਤੁਸੀਂ ਕੋਈ ਵੀ ਕੰਪਨੀ ਉਹਦੀ ਪ੍ਰੋਫੈਸ਼ਨਲ ਮੈਂਬਰਸ਼ਿਪਸ ਦੇਖੋ। ਲਾਈਕ ਅਸੀਂ ਅਗਰ ਗੱਲ ਕਰਾਂ ਦਵੇਸਰ ਦੀ ਤੇ ਵੀ ਆਰ ਏਰੀ ਮੈਂਬਰ, AAERI। ਏਰੀ ਇੱਕ ਆਸਟ੍ਰੇਲੀਆ ਦੀ ਐਸੀ ਸੰਸਥਾ ਹੈ, ਆਸਟ੍ਰੇਲੀਅਨ ਐਮਬੈਸੀ ਸਿਰਫ ਏਜੰਟਸ ਦੀ ਇੱਕੋ ਆਰਗੇਨਾਈਜੇਸ਼ਨ ਨੂੰ ਰੈਕੋਗਨਾਈਜ਼ ਕਰਦੀ ਹੈ, ਦੈਟ ਇਜ਼ ਏਰੀ। ਦੈਟ ਆਈ ਮੇਡ ਹਿਮ ਸੀ। ਫਿਰ ਇਹਦੀ ਵੈਬਸਾਈਟ ਤੇ ਜਾ ਕੇ ਮੈਂ ਆਪਣੀ ਕੰਪਨੀ ਦਾ ਲੋਗੋ ਦਿਖਾਇਆ। ਸੈਂਟਰਲ ਕੁਈਨਜ਼ਲੈਂਡ ਯੂਨੀਵਰਸਿਟੀ ਹੈ, ਵਰਲਡ ਦੀਆਂ ਟੌਪ 2% ਯੂਨੀਵਰਸਿਟੀ ਵਿੱਚ ਹੈ। ਉਹਦੀ ਵੈਬਸਾਈਟ ਤੇ ਜਾ ਕੇ ਸਾਡਾ ਦਵੇਸਰ ਦਾ ਐਡਰੈਸ ਅੰਮ੍ਰਿਤਸਰ ਦਾ ਲਿਖਿਆ ਹੋਇਆ ਸੀ, ਲੁਧਿਆਣੇ ਦਾ ਲਿਖਿਆ ਸੀ, ਚੰਡੀਗੜ੍ਹ ਦਾ ਲਿਖਿਆ ਸੀ। ਤਾਂ I made him see ਕਿ ਸਰ ਦਿਸ ਇਜ਼ ਦ ਰਿਜ਼ਲਟ। ਸੋ ਫਿਰ ਮੈਂ ਕਿਹਾ ਫੇਸਬੁੱਕ ਤੇ ਜਾਓ, ਫੇਸਬੁੱਕ ਤੇ ਰਿਵਿਊਜ਼ ਚੈੱਕ ਕਰੋ, ਗੂਗਲ ਤੇ ਰਿਵਿਊਜ਼ ਚੈੱਕ ਕਰੋ। ਤੁਸੀਂ ਅੱਜ ਕੱਲ੍ਹ ਬੜੀ ਮੌਜ ਹੈ ਕਿ ਕਿਸੇ ਵੀ ਕੰਪਨੀ ਦੀਆਂ ਪਾ ਦਿਓ। ਫॉर एग्जांपल ਤੁਹਾਨੂੰ ਮੈਂ ਕਹਿਣਾ, ਤੁਸੀਂ ਪਾ ਦਿਓ ਦਵੇਸਰ ਕੰਸਲਟੈਂਟਸ ਕੰਪਲੇਂਟਸ। ਜੇ ਤੁਹਾਨੂੰ ਮੇਰੇ ਕੋਲ ਕੋਈ ਪਰੇਸ਼ਾਨੀ ਆ ਤੇ ਤੁਸੀਂ ਝਗੜੋਗੇ ਤੇ ਜ਼ਰੂਰ ਨਾਲ ਤੁਸੀਂ ਇਹ ਵੀ ਜਾ ਕੇ ਇੰਟਰਨੈਟ ਤੇ ਪਾ ਦਿਓਗੇ ਕਿ ਬੰਦੇ ਠੀਕ ਨਹੀਂ ਹੈਗੇ। ਜਸਟ ਡਾਇਲ ਦੇ ਰਿਵਿਊਜ਼ ਨੇ, ਫੇਸਬੁੱਕ ਤੇ ਰਿਵਿਊਜ਼ ਨੇ। ਸੋ ਏਜੰਟ ਫਾਈਨਲ ਕਰਨ ਤੋਂ ਸਿਰਫ ਐਡ ਦੇ ਬੇਸ ਤੇ ਏਜੰਟ ਜਾਂ ਕਾਉਂਸਲਰ ਜਾਂ ਕੰਸਲਟੈਂਟ ਮਸਟ ਨਾਟ ਬੀ ਫਾਈਨਲਾਈਜ਼ਡ। ਸੋ ਵਨ ਮਸਟ ਲੁੱਕ for the holistic prospects before finalizing the agent। ਕਿਉਂਕਿ ਮੈਂ ਇੱਕ ਬੜੀ ਗੱਲ ਕਾਮਨ ਕਹਿੰਦਾ ਨਾ ਕਿ ਕਿਸੇ ਵੀ ਏਜੰਟ ਕੋ ਜਾਓਗੇ, ਏਜੰਟ ਵਾਸਤੇ ਕੇਸ ਆ, ਬੱਚੇ ਵਾਸਤੇ ਭਵਿੱਖ। ਸਾਡੇ 10 ਦੇ ਵਿੱਚੋਂ 8 ਵੀਜ਼ੇ ਆ ਗਏ, ਅਸੀਂ ਖੁਸ਼ ਛਾਲਾਂ ਮਾਰਨੀਆਂ ਨੇ, ਬਟ ਪਤਾ ਉਹਨਾਂ ਦੋਵਾਂ ਨੂੰ ਲੱਗਣਾ ਹੈ ਜਿਹੜੇ ਬੱਚੇ ਅੰਦਰ ਹੈ। ਰਾਈਟ। ਮੇਰਾ ਇੱਕ ਸਵਾਲ ਇਹ ਵੀ ਹੈਗਾ ਕਿ ਜਿਵੇਂ ਹੁਣ ਕਈ ਬੱਚੇ ਬਹੁਤ ਇੰਟੈਲੀਜੈਂਟ ਨੇ, ਰਾਈਟ, 10th 12th ਚ ਬਹੁਤ ਅੱਛੇ ਮਾਰਕਸ ਆਏ ਨੇ। ਜਦੋਂ ਮੈਂ ਪੜ੍ਹਦੀ ਸੀ ਮੇਰੇ ਵੀ ਮਨ ਚ ਕਿਤੇ ਨਾ ਕਿਤੇ ਸਵਾਲ ਹੁੰਦਾ ਸੀ, ਤੇ ਕਈ ਵਾਰੀ ਅਸੀਂ ਦੇਖਦੇ ਕਿ ਬੱਚੇ ਬਹੁਤ ਘੱਟ ਪੈਸਿਆਂ ਨਾਲ ਵੀ ਡਿਗਰੀਜ਼ ਕਰ ਲੈਂਦੇ ਨੇ ਦੂਸਰੇ ਕੰਟਰੀਜ਼ ਤੋਂ, ਅੱਛੀਆਂ ਯੂਨੀਵਰਸਿਟੀਜ਼ ਤੋਂ। ਮਤਲਬ ਕਿਸ ਤਰ੍ਹਾਂ ਬੱਚੇ ਜਿਹੜੇ ਬਹੁਤ ਇੰਟੈਲੀਜੈਂਟ ਟੌਪ ਲਾ ਲਓ ਕਿ 2% ਜਿਹੜੇ ਸਟੂਡੈਂਟਸ ਆ ਜਾਂ 1% ਆ, ਹਾਊ ਦੇ ਕੈਨ ਸਟੱਡੀ ਅਬਰੋਡ ਵਿਦ ਮਿਨੀਮਮ ਸਪੈਂਡਿੰਗ? ਇੱਕ ਹੁੰਦਾ ਸਕਾਲਰਸ਼ਿਪ, ਇੱਕ ਹੁੰਦਾ ਡਿਸਕਾਊਂਟਸ। ਕੁਝ ਯੂਨੀਵਰਸਿਟੀਜ਼ ਡਿਸਕਾਊਂਟ ਦਿੰਦੀਆਂ ਨੇ, ਉਹ 5-10% ਨੇ। ਲੈਟ ਅਸ ਕੀਪ ਦੈਟ ਅਸਾਈਡ। ਜਿਹੜਾ ਹੈ ਸਕਾਲਰਸ਼ਿਪ ਮਿਲਦਾ ਹੈ, ਇੱਕ ਉਹਦੇ ਅਕੈਡਮਿਕ ਪ੍ਰੋਫਾਈਲ ਦੇ ਬੇਸ ਤੇ, ਇੱਕ ਉਹਦੇ ਇੰਗਲਿਸ਼ ਸਕੋਰ ਦੇ ਬੇਸ ਤੇ, ਤੇ ਤੀਸਰਾ ਉਹਦੇ ਡਿਗਰੀ ਕੰਪਲੀਸ਼ਨ ਦੇ ਬੇਸ ਤੇ, ਜਾਂ ਉਹਦੀ ਇੱਕ SOP ਲਿਖਵਾਈ ਜਾਂਦੀ ਹੈ, LOR ਅਸੀਂ ਬੋਲਦੇ ਹਾਂ, SOP ਜਾਂ ਲੈਟਰ ਆਫ ਰਿਕਮੈਂਡੇਸ਼ਨ, ਜਿਹੜੇ ਉਹਦੇ ਟੀਚਰਸ ਜਿਹੜੇ ਮੈਂਟਰਸ ਨੇ ਉਹ ਦਿੰਦੇ ਨੇ। ਇਹ ਹੈ ਸਕਾਲਰਸ਼ਿਪਸ, ਦੇ ਕੈਨ ਗੈਟ ਅਪ ਟੂ 50%। ਪਿੱਛੇ ਸਾਡੇ ਕੋਲ 2-3 ਬੱਚੇ ਸੀ ਸਿਡਨੀ, ਅਸੀਂ ਭੇਜੇ ਯੂਨੀਵਰਸਿਟੀ ਆਫ ਵੈਸਟਰਨ ਸਿਡਨੀ। ਵੀ ਹੈਲਪਡ them in getting 50% scholarship। they were very happy। ਮਤਲਬ ਫੀਸ ਉਹਨੇ ਜਿੱਥੇ 10 ਲੱਖ ਲੱਗਣੀ ਸੀ ਸਿਰਫ 5 ਲੱਖ ਦੇ ਵਿੱਚ ਗਏ। ਉਹ ਬੱਚਾ ਠੀਕ ਸੀਗਾ, ਮਤਲਬ ਬਹੁਤ ਇੰਟੈਲੀਜੈਂਟ ਨਹੀਂ ਸੀਗਾ। he was in you can say 80 to 90। ਲੇਕਿਨ ਜਿਹੜੇ 90% ਤੋਂ ਉੱਪਰ ਬੱਚੇ, 95% ਤੋਂ ਬੱਚੇ ਉੱਪਰ ਨੇ, ਅਗਰ ਉਹ ਆਪਣੀ SOPs ਅੱਛੇ ਤਰੀਕੇ ਨਾਲ ਲਿਖਦੇ ਆ, ਐਪਲੀਕੇਸ਼ਨ ਸਹੀ ਤਰੀਕੇ ਨਾਲ ਸਬਮਿਟ ਕਰਦੇ ਆ। I still remember ਇੱਕ ਪ੍ਰਿੰਸੀਪਲ ਨੇ ਉੱਥੋਂ ਦੇ ਪਠਾਨਕੋਟ ਦੇ, ਉਹਨਾਂ ਦੀ ਬੇਟੀ ਮੇਰੇ ਕੋਲ ਆਈ ਸੀ। I helped her in getting admission America and she got 90% scholarship। And I tell you one thing more, since University of Cincinnati ਉੱਥੇ bir ਲੜਕੀ ਪੜ੍ਹਦੀ ਸੀ, after completing her post graduation there she was offered PhD, ਔਰ PhD ਦੇ ਦੌਰਾਨ she was offered 30,000 per annum USD per annum as a stipend। ਉਹ ਬੱਚੇ ਨੂੰ ਆਫਰ ਕੀਤਾ ਕਿ ਪੜ੍ਹਨ ਦੇ ਨਾਲ ਨਾਲ ਬੱਚਾ PhD ਵੀ ਕਰਦਾ ਪਿਆ ਸੀ, ਪਾਰਟ ਟਾਈਮ ਜੌਬ ਜਦੋਂ ਕਰ ਸਕਦਾ ਜੇ ਅਲਾਉਡ ਮਨ ਹੋਵੇ ਉਹਦਾ ਤੇ, and she was being offered that। so scholarships ਅੱਛੀਆਂ ਯੂਨੀਵਰਸਿਟੀਜ਼ ਬਹੁਤ ਜ਼ਿਆਦਾ ਆਫਰ ਕਰਦੀਆਂ ਨੇ। ਬੱਚੇ ਕੇ ਸ਼ਰਤੇ ਕਿ ਬੱਚੇ ਦਾ ਇੰਗਲਿਸ਼ ਸਕੋਰ, academic score ਜਿਹੜਾ ਹੈ ਅੱਛਾ ਹੈ। ਐਪਲੀਕੇਸ਼ਨ ਹੈ ਜਦੋਂ ਅਸੀਂ ਐਡਮਿਸ਼ਨ ਵਾਸਤੇ ਭੇਜਦੇ ਹਾਂ, that should be presented in a strong way with clear career prospects। ਜਦੋਂ ਬੱਚੇ ਨੂੰ ਯੂਨੀਵਰਸਿਟੀ ਦੇਖਣਾ ਚਾਹੁੰਦੀ ਹੈ ਕਿ ਬੱਚਾ ਵੇਗ ਤੇ ਨਹੀਂ ਹੈ ਕਿ ਉਹ ਸਿਰਫ ਇੱਕ ਡਿਗਰੀ ਕਰਨ ਵਾਸਤੇ ਡਿਗਰੀ ਤੇ ਨਹੀਂ ਅਪਲਾਈ ਕਰਦਾ ਪਿਆ, ਐਡਮਿਸ਼ਨ ਅਪਲਾਈ ਨਹੀਂ ਕਰ ਰਿਹਾ, ਉਹਦੇ ਕੈਰੀਅਰ ਪ੍ਰੋਗਰੈਸ਼ਨ ਹੈ। ਜੇ ਕੈਰੀਅਰ ਪ੍ਰੋਗਰੈਸ਼ਨ ਉਹ ਰਿਪਰੈਜ਼ੈਂਟ ਕਰਦਾ ਹੈ
ਤੇ they are happy paying huge what we call scholarships. So ਬੱਚੇ ਲੈ ਸਕਦੇ ਨੇ, we can help them get. So ਤੁਹਾਨੂੰ ਕਿੰਨਾ ਕਿ ਇੰਟਰਸਟ ਹੋਏਗਾ? Let's talk about few students ਕੀ ਜਿਨ੍ਹਾਂ ਦੀ they have scored more than 90%. So how best you can help them? Ma'am, we are always happy helping them. मैं ਤੁਹਾਨੂੰ ਦੱਸਿਆ ਕਿ I have done MSc Physics. I have worked as a college lecturer, professor ਦਾ ਮੈਂ ਕੰਮ ਕੀਤਾ ਹੈ। ਸੋ ਅਜੇ ਵੀ ਉਹ ਮੇਰੀ ਜਿਹੜੀ ਸੋਚ ਹੈ ਉਹ ਟੀਚਰਸ ਵਾਲੀ ਹੈ, ਏਜੰਟਸ ਵਾਲੀ ਘੱਟ ਹੈ। ਸੋ ਜੇ ਬੱਚਾ ਮੇਰੇ ਕੋਲ ਅੱਛਾ ਹੁੰਦਾ ਹੈ ਤੇ ਅਸੀਂ ਉਹਨੂੰ ਪੰਜਾਬੀ ਚ ਕਹਿੰਦੇ ਆਵਾਜ਼ ਮਾਰ ਕੇ ਸਕਾਲਰਸ਼ਿਪ ਦਿਵਾਉਂਦੇ ਹਾਂ। It's not like that ਵੀ ਸਕਾਲਰਸ਼ਿਪ ਨਾ ਮਿਲੇ, and we have helped I think more than 1000 students ਦੀ ਅਸੀਂ ਜਿਹੜੀ ਹੈਲਪ ਹੈ ਕਰ ਚੁੱਕੇ ਹਾਂ। ਸਾਡੀ ਵੈਬਸਾਈਟਸ ਤੇ ਵੀ ਉਹ ਬੱਚਿਆਂ ਦੇ ਜਾਓਗੇ ਤੇ ਉਹ ਪਾਏ ਹੋਏ ਨੇ, ਫੇਸਬੁੱਕ ਤੇ ਵੀ ਅਸੀਂ ਉਹਨਾਂ ਪਾਏ ਆ, ਔਰ ਬੱਚਿਆਂ ਦੇ ਰਿਵਿਊਜ਼ ਪਾਏ ਨੇ, those who have got scholarships, and up to 50%, 25% ਤੇ I think there are ample number of students ਜਿਨ੍ਹਾਂ ਨੇ ਲਈ ਹੋਈ ਹੈ, 25%, 20%, 25% ਉਹ ਅਸੀਂ ਦਵਾ ਦਿੰਦੇ ਹਾਂ। ਲੇਕਿਨ ਅਗਰ ਬੱਚੇ ਦਾ 90% ਤੋਂ ਉੱਪਰ ਹੈ ਤਾਂ we can help them in getting up to 50% as well. Like in which countries Davesar is most strong? ਮੈਮ ਅਸੀਂ ਵੈਸੇ ਤੇ 8 ਕੰਟਰੀਜ਼ ਨੂੰ ਮੇਜਰ ਅਸੀਂ ਸਰਵ ਕਰ ਰਹੇ ਹਾਂ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਕੇ, USA, ਕੈਨੇਡਾ, ਦੈਨ ਡੈਨਮਾਰਕ, ਜਰਮਨੀ ਔਰ ਫਰਾਂਸ ਦੇ ਵਿੱਚ। ਬਟ ਜੇ ਅਸੀਂ ਗੱਲ ਕਰੀਏ ਤੇ ਅਸੀਂ 3 ਕੰਟਰੀ ਵਿੱਚ ਮੇਜਰ ਸਪੈਸ਼ਲਾਈਜ਼ ਕਰਦੇ ਹਾਂ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਕੈਨੇਡਾ। ਨਿਊਜ਼ੀਲੈਂਡ ਦੇ ਵਿੱਚ we were the only agents in North India last year ਜਿਨ੍ਹਾਂ ਦਾ 100% ਅਪਰੂਵਲ ਰੇਟ ਸੀ। ਆਸਟ੍ਰੇਲੀਆ ਦੇ ਵਿੱਚ what we call product wise, university range wise, we are biggest, ਜੇ ਸਿੰਗਲ ਆਫਿਸ ਦੀ ਗੱਲ ਕਰੀਏ ਜਾਂ ਛੋਟੇ ਆਫਿਸ ਦੀ ਗੱਲ ਕਰੀਏ, we are biggest in products in Punjab। ਜੇ ਕੈਨੇਡਾ ਦੀ ਗੱਲ ਕਰੀਏ, ਅਸੀਂ ਲਗਾਤਾਰ 3 ਇਨਟੇਕ 100% ਅਪਰੂਵਲ ਰੇਟ ਰਿਹਾ ਅੰਡਰ STS। we were the only agents and I proudly say so। 3 ਕੰਟਰੀਜ਼ ਅਸੀਂ ਬੜਾ ਅੱਛਾ ਕਰ ਰਹੇ ਹਾਂ। ਯੂਕੇ ਦੀ ਹੁਣ ਅਸੀਂ ਨਵਾਂ ਸਟਾਰਟ ਕੀਤਾ ਸੀਗਾ, ਕਿਉਂਕਿ ਯੂਕੇ ਵਿੱਚ ਘਰ ਅਸੀਂ 3 ਸਾਲ ਹੀ ਕੀਤਾ, ਸਕਸੈਸ ਰੇਟ ਬਹੁਤ ਡਾਊਨ ਸੀ, ਔਰ ਪਿਛਲੇ 2 ਇਨਟੇਕ ਚ ਅਸੀਂ ਯੂਕੇ ਦਾ ਵੀ have got 100%। ਸੋ ਇਹ ਕੰਟਰੀਜ਼ ਨੇ। ਬਾਕੀ ਛੋਟੇ ਕੰਟਰੀਜ਼ ਸਿੰਗਾਪੁਰ ਹੈ, ਸਾਈਪਰਸ ਹੈ, ਉੱਥੇ ਬੱਚੇ ਨੂੰ ਕੋਈ ਜਾਣ ਦਾ ਬੈਨੀਫਿਟ ਨਹੀਂ, ਉਸੇ ਅਸੀਂ ਭੇਜਦੇ ਨਹੀਂ। ਸੋ I won't say we are weak in that, but we are not happy sending students there because ਉੱਥੇ ਕੋਈ ਬੈਨੀਫਿਟ। ਓਕੇ ਸਰ, ਮੇਰਾ ਲਾਸਟ ਸਵਾਲ ਹੈ ਤੁਹਾਨੂੰ ਹੁਣ ਕਿ I want to ask ਕਿ ਆਪਣਾ ਪਰਸਨਲ ਵਿਊ ਦਿਓ, ਹਾਲਾਂਕਿ ਤੁਸੀਂ ਖੁਦ ਇਮੀਗ੍ਰੇਸ਼ਨ ਨੂੰ ਬਿਲੋਂਗ ਕਰਦੇ ਹੋ, ਬਟ ਸਟਿਲ what do you feel ਕਿ ਜਿਹੜੇ ਬੱਚੇ ਬਾਹਰ ਪੜਨ ਵਾਸਤੇ ਜਾਂਦੇ ਨੇ they should serve back in India ਕਿ ਉੱਥੇ ਹੀ ਸੈਟਲ ਹੋ ਜਾ ਕਰਨ? ਜ਼ਿਆਦਾ ਬੱਚੇ ਅਗਰ ਮੈਂ ਆਪਣੇ ਪੰਜਾਬ ਦੀ ਗੱਲ ਕਰਾਂ ਜਾਂ ਨਾਰਥ ਇੰਡੀਆ ਦੀ ਗੱਲ ਕਰਾਂ ਤੇ they don't stay here, they don't come back, they stay there, but you are right। ਉਹਨਾਂ ਨੂੰ ਜਿਹੜਾ ਮੇਰਾ ਪਰਸਨਲ ਵਿਊ ਦੀ ਗੱਲ ਕਰਾਂ, they must come back, ਔਰ ਜੇ ਵਾਪਸ ਨਾ ਆਉਣ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਕੰਟਰੀਬਿਊਟ ਜ਼ਰੂਰ ਕਰਨ, ਔਰ ਕਰਦੇ ਨੇ। ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ, ਮੇਰੇ ਕੋਲ ਹੀ ਕਸ਼ਮੀਰ ਦੇ ਵਿੱਚ ਨਾ 2 ਬ੍ਰਦਰ ਨੇ ਕਿ ਮੈਨੂੰ ਰੈਗੂਲਰ ਹੈਲਪ ਕਰਦੇ ਕਿ ਸਰ ਜੀ ਕੋਈ ਵੀ ਲੜਕੀ ਹੋਵੇ, ਸਪੈਸ਼ਲੀ ਲੜਕੀ, ਲੜਕਾ ਵੀ ਕੋਈ ਡਰ ਨਹੀਂ, ਉਹਨੂੰ ਪੜ੍ਹਾਈ ਵਿੱਚ ਫੀਸਾਂ ਦੀ ਲੋੜ ਹੈ, ਉਹਨੂੰ ਪੜ੍ਹਾਈ ਵਿੱਚ ਬੁੱਕਸ ਦੀ ਲੋੜ ਹੈ, ਕਿਤੇ ਟਿਊਸ਼ਨ ਦੀ ਨਹੀਂ ਉਹਨੂੰ ਪੜ੍ਹਾਈ ਜਾ ਰਹੀ, ਕਿਤੇ ਵਿਦੇਸ਼ ਆਉਣਾ ਚਾਹੁੰਦੀ ਉਹ ਆ ਗਈ, ਉਹਨੂੰ ਜੌਬ ਨਹੀਂ ਮਿਲ ਰਹੀ, ਕਿਤੇ ਉਹਨੂੰ ਉਹਦਾ ਸਾਡੇ ਦੋਵੇਂ ਸਿਡਨੀ ਤੋਂ ਨਾ, ਦੋਨੋਂ ਬ੍ਰਦਰ ਸਿਡਨੀ ਰਹਿੰਦੇ ਆਸਟ੍ਰੇਲੀਆ, ਉਹਨੂੰ ਅਕੋਮੋਡੇਸ਼ਨ ਨਹੀਂ ਮਿਲ ਰਹੀ, ਤੇ ਸਾਨੂੰ ਦੱਸਿਓ, ਵਿਲ ਹੈਲਪ them। ਸੋ ਦੈਟ ਇਜ਼ ਅਗੇਨ ਅ ਕੰਟਰੀਬਿਊਸ਼ਨ। ਜੋ ਵਾਪਸ ਨਹੀਂ ਆਏ ਤੇ ਉਹ ਆਪਣੇ ਕੰਟਰੀ ਨੂੰ, ਆਪਣੀ ਸਿਟੀ ਨੂੰ, ਆਪਣੇ ਭੈਣਾਂ ਨੂੰ, ਆਪਣੇ ਬੱਚਿਆਂ ਨੂੰ ਦੂਸਰੇ ਤਰੀਕੇ ਨਾਲ ਕੰਟਰੀ, ਔਰ ਆਈ ਐਮ ਫੋਰਚੂਨੇਟ ਇਨ ਸੇਇੰਗ ਕਿ ਉਹਨਾਂ ਨੂੰ ਜੇ ਮੈਂ 10 ਵਾਰੀ ਸਿਫਾਰਿਸ਼ ਪਾਈ ਆ ਤੇ ਉਹਨਾਂ 9 ਵਾਰੀ ਨਹੀਂ, ਬੱਚਿਆਂ ਨੇ 10 ਵਾਰੀ ਮੈਨੂੰ। ਇਸ ਤਰ੍ਹਾਂ ਹੀ ਮੇਰੇ ਕੋਲ ਇੱਕ ਲੜਕਾ ਹੈ, ਸ਼ੇਰਗਿਲ ਕਰਕੇ ਹੈ, ਉੱਥੇ ਪਰਥ ਦੇ ਵਿੱਚ ਹੈ, ਹੀ ਇਜ਼ ਆਲਸੋ ਆਫ ਦ ਸੇਮ ਵਿਊ। ਕਈ ਵਾਰੀ ਸਾਨੂੰ ਲੋੜ ਪੈਂਦੀ ਆ ਬੱਚਿਆਂ ਦੀ ਹੈਲਪ ਕਰਨ ਦੀ ਕਿ ਬੇਟਾ ਇਹ ਹੈਲਪ ਕਰਦੇ। ਇੱਕ ਵਿਪਨਪਾਲ ਸਿੰਘ ਲੜਕਾ ਹੈ, ਇੱਕ ਗੁਰਬੀਰ ਸਿੰਘ ਹੈ। ਵਿਪਨਪਾਲ ਇਜ਼ ਸੱਚ ਅ ਨਾਈਸ ਬॉय, ਲੜਕੇ ਨੂੰ ਆਪਣੇ ਘਰ ਲੈ ਜਾਂਦਾ, ਲੜਕੀ ਨੂੰ ਆਪਣੇ ਘਰ ਲੈ ਜਾਂਦਾ, ਹੀ ਇਜ਼ ਮੈਰਿਡ, ਉਹਦੀ ਬੇਟੀ ਵੀ ਹੈ ਇੱਕ। ਔਰ ਜਦੋਂ ਕਹਿੰਦਾ ਬੇਟਾ ਜਦ ਤੱਕ ਤੁਹਾਨੂੰ ਜੌਬ ਨਹੀਂ ਮਿਲਦੀ ਤੂੰ ਕੋਈ ਕਿਰਾਇਆ ਨਹੀਂ ਦੇਣਾ, ਕੋਈ ਖਰਚਾ ਨਹੀਂ ਦੇਣਾ, ਯੂ ਸਟੇ ਹੀਅਰ, ਜਦ ਜੌਬ ਮਿਲ ਜੇ ਘਰ ਲੈ ਕੇ ਚੱਲ ਜੀ। ਸੋ if they are not coming back, ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਪੰਜਾਬ ਦੇ ਬੱਚੇ ਨਹੀਂ ਆਉਂਦੇ, ਦਿੱਲੀ ਕ੍ਰਾਸ ਕਰਦੀ ਹੈ, they come back and they serve the country, you're right, but if you talk about, but they are indirectly serving the country, that is again a good. So thank you so much sir, thank you for being on our show. Thank you to you as well for sparing your time and asking me, thank you। I hope ਸਾਡੀ ਸਾਰੀ ਆਡੀਅנס ਨੂੰ ਬਹੁਤ ਸਾਰੇ ਕੁਐਸਚਨਸ ਦੇ ਅੱਜ ਆਨਸਰ ਮਿਲ ਗਏ ਹੋਣਗੇ। ਸੋ ਸਾਰੇ ਹੀ ਸਟੂਡੈਂਟਸ ਨੂੰ ਆਲ ਦ ਬੈਸਟ ਜਿਹੜੇ ਕਿ ਅਬਰੋਡ ਪੜਨ ਜਾਣਾ ਚਾਹੁੰਦੇ ਨੇ and they are still stuck, a positive row, and I hope ਕਿ everything will be normal very soon। ਸੋ ਫਿਰ ਮਿਲਾਂਗੇ ਨੈਕਸਟ ਐਪੀਸੋਡ ਨਾਲ। ਮਨਦੀਪ ਕੌਰ।